ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੇ ਸਿਲੇਬਸ ਦੀ 4th ਪੋਇਮ ਜਿਸ ਦਾ ਨਾਮ ਹੈ ਵਨਸ ਅਪੋਨ ਅ ਟਾਈਮ ਇਸ ਦੀ ਰੀਡਿੰਗ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਪੋਇਮ ਅਤੇ ਪੋਇਟ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਤਾਂ ਇਸ ਦੇ ਪੋਇਟ ਨੇ ਜੀ ਗੈਬਰੀਅਲ ਓਕਾਰਾ। ਇਹ ਇੱਕ ਨਾਈਜੀਰੀਅਨ ਪੋਇਟ ਨੇ। ਨਾਈਜੀਰੀਆ ਦੇ ਵਿੱਚ ਪੈਦਾ ਹੋਏ ਇਹ ਪੋਇਟ ਤੇ ਉਹ ਇੱਕ ਅਫਰੀਕਨ ਦੇਸ਼ ਹੈ। ਤੁਹਾਨੂੰ ਪਤਾ ਬੱਚਿਓ, ਅਫਰੀਕਾ ਇੱਕ ਸਾਡਾ ਮਹਾਂਦੀਪ ਹੈ ਜਿਸ ਦੇ ਵਿੱਚ ਇਹ ਇੱਕ ਦੇਸ਼ ਹੈ ਨਾਈਜੀਰੀਆ। ਤਾਂ ਬੱਚਿਓ, ਇਸ ਪੋਇਮ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਹ ਪੋਇਮ ਕਿਸ ਤਰ੍ਹਾਂ ਦੇ ਟਾਈਮ ਦੇ ਵਿੱਚ ਲਿਖੀ ਗਈ ਜਾਂ ਕਿਸ ਤਰ੍ਹਾਂ ਦੇ ਇਹ ਸਮੇਂ ਨੂੰ ਦੱਸਦੀ ਹੈ। ਤਾਂ ਬੱਚਿਓ, ਨਾਈਜੀਰੀਆ ਇੱਕ ਅਜਿਹਾ ਦੇਸ਼ ਹੈ ਜੋ ਸਾਡੇ ਦੇਸ਼ ਦੀ ਤਰ੍ਹਾਂ ਅੰਗਰੇਜ਼ਾਂ ਦਾ ਗੁਲਾਮ ਰਿਹਾ। ਕਾਫੀ ਦੇਰ ਇਸ ਨੇ ਗੁਲਾਮੀ ਭੋਗੀ ਹੈ। ਜਿਵੇਂ ਅਸੀਂ 1947 ਦੇ ਵਿੱਚ ਆਜ਼ਾਦ ਹੋਏ, ਇਹ 1960 ਦੇ ਵਿੱਚ ਇੰਗਲੈਂਡ ਦੇ ਕਬਜ਼ੇ ਤੋਂ ਆਜ਼ਾਦ ਹੋਇਆ। ਕਿਉਂਕਿ ਇੰਗਲੈਂਡ ਦੇ ਅਧੀਨ ਇਹ ਕਾਫੀ ਦੇਸ਼ ਰਿਹਾ, ਇਸ ਕਰਕੇ ਇਸ ਦੇ ਆਪਣੇ ਅਫਰੀਕਨ ਕਲਚਰ ਦੇ ਉੱਪਰ ਇੰਗਲੈਂਡ ਦੇ ਯੂਰੋਪੀਅਨ ਕਲਚਰ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਇਹ ਪੋਇਮ ਇਸੇ ਥੀਮ ਤੇ ਲਿਖੀ ਹੋਈ ਹੈ ਕਿ ਕਿਸ ਤਰ੍ਹਾਂ ਯੂਰੋਪੀਅਨ ਕਲਚਰ ਨੇ ਅਫਰੀਕਨ ਕਲਚਰ ਨੂੰ ਚੇਂਜ ਕਰਤਾ ਤੇ ਪੋਇਟ ਨੂੰ ਇਹ ਜੋ ਨਵਾਂ ਮਾਹੌਲ ਹੈ ਉਹ ਪਸੰਦ ਨਹੀਂ ਹੈ। ਉਹ ਚਾਹੁੰਦਾ ਹੈ ਕਿ ਜਿਸ ਮਾਹੌਲ ਦੇ ਵਿੱਚ ਉਹ ਆਪਣੇ ਬਚਪਨ 'ਚ ਸੀ ਜਾਂ ਜੋ ਉਸਦਾ ਆਪਣਾ ਅਫਰੀਕਾ ਦੇਸ਼ ਦਾ ਕਲਚਰ ਸੀ, ਉਹ ਉਸ ਵਿੱਚ ਵਾਪਸ ਜਾਣਾ ਚਾਹੁੰਦਾ ਹੈ। ਤਾਂ ਇਹ ਪੂਰੀ ਪੋਇਮ ਇਸੇ ਬੈਕਡ੍ਰੌਪ ਦੇ ਵਿੱਚ ਬੱਚਿਓ ਲਿਖੀ ਹੋਈ ਹੈ। ਤਾਂ ਮੈਨੂੰ ਉਮੀਦ ਹੈ ਕਿ ਜਿਵੇਂ ਹੀ ਤੁਸੀਂ ਪੋਇਮ ਸਾਰੀ ਰੀਡ ਕਰੋਗੇ ਤੁਹਾਨੂੰ ਇਹ ਪਸੰਦ ਆਏਗੀ। ਤਾਂ ਸਟੂਡੈਂਟਸ, ਹੁਣ ਅਸੀਂ ਇਸ ਪੋਇਮ ਦੀ ਥੋੜ੍ਹੀ ਸਟਰਕਚਰ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਇਹ ਪੋਇਮ ਟੋਟਲ 7 ਸਟੈਂਜ਼ਾਸ ਦੇ ਵਿੱਚ ਲਿਖੀ ਹੋਈ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਹ ਟੋਟਲ ਇਸ ਦੇ 7 ਸਟੈਂਜ਼ਾਸ ਨੇ, 7 ਇਸ ਦੇ ਸਟੈਂਜ਼ਾਸ ਨੇ। ਤੇ ਜੇ ਆਪਾਂ ਇਸ ਦੀਆਂ ਪੂਰੀਆਂ ਲਾਈਨਸ ਕਾਊਂਟ ਕਰੀਏ ਤਾਂ ਇਹ 43 ਲਾਈਨਸ ਬਣਦੀਆਂ ਨੇ। ਸਟੂਡੈਂਟਸ, ਇਸ ਪੋਇਮ ਦੀ ਖਾਸੀਅਤ ਇਹ ਹੈ ਕਿ ਇਹ ਸਾਰੀ ਪੋਇਮ ਫ੍ਰੀ ਵਰਸ ਦੇ ਵਿੱਚ ਲਿਖੀ ਹੋਈ ਹੈ। ਤਾਂ ਫ੍ਰੀ ਵਰਸ ਕੀ ਹੈ, ਇਸ ਨੂੰ ਸਮਝਣਾ ਜ਼ਰੂਰੀ ਹੈ ਬੱਚਿਓ। ਅਸੀਂ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਜਿਹੜੀ ਪਿਛਲੀ ਪੋਇਮ ਕੀਤੀ ਸੀ ਦਾ ਐਕੁਇੰਗ ਗ੍ਰੀਨ, ਉਸ ਦੇ ਵਿੱਚ ਰਾਈਮਿੰਗ ਸੀ, ਉਹ ਰਾਈਮਡ ਵਰਸ ਦੇ ਵਿੱਚ ਲਿਖੀ ਗਈ ਸੀ। ਤਾਂ ਮੈਂ ਤੁਹਾਨੂੰ ਉਸ ਦੀ ਸਾਰੀ ਰਾਈਮਿੰਗ ਸਕੀਮ ਸਮਝਾਈ ਸੀ ਕਿ ਕਿਸ ਤਰ੍ਹਾਂ ਪਹਿਲੀ ਲਾਈਨ ਦਾ ਜਿਹੜਾ ਆਖਰੀ ਵਰਡ ਹੈ ਉਹ ਕਿਸ ਤਰ੍ਹਾਂ ਕਿਸੇ ਹੋਰ ਲਾਈਨ ਦੇ ਆਖਰੀ ਵਰਡ ਦੀ ਸਾਊਂਡ ਦੇ ਨਾਲ ਰਿਲੇਟ ਕਰਦਾ। ਮੈਂ ਤੁਹਾਨੂੰ ਪੂਰਾ ਡਿਟੇਲ ਸਮਝਾਇਆ ਸੀ। ਪਰ ਇਸ ਵਿੱਚ ਇਸ ਤਰ੍ਹਾਂ ਦੀ ਰਾਈਮਿੰਗ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਤਾਂ ਕੁਝ ਬੱਚੇ ਕਹਿਣਗੇ ਕਿ ਦੇਖੋ ਸਰ, ਵੀ ਇਹਦੇ 'ਚ ਆਈਜ਼ ਆਇਆ ਹੈ, ਇੱਥੇ ਵੀ ਆਈਜ਼ ਆਇਆ ਤਾਂ ਇੱਥੇ ਰਾਈਮਿੰਗ ਬਣ ਗਈ। ਤਾਂ ਬੱਚਿਓ, ਇਹ ਰਾਈਮਿੰਗ ਨਹੀਂ ਹੈ, ਇਹ ਰੈਪੀਟੀਸ਼ਨ ਹੈ। ਬਿਕੋਜ਼ ਇੱਕੋ ਹੀ ਵਰਡ ਦੁਬਾਰਾ ਤੋਂ ਰਿਪੀਟ ਹੋਇਆ, ਆਈਜ਼ ਨਾਲ ਰਿਪੀਟ ਹੋਇਆ। ਤਾਂ ਇਸ ਨੂੰ ਅਸੀਂ ਰਾਈਮਿੰਗ ਨਾ ਕਹਿ ਕੇ ਰੈਪੀਟੀਸ਼ਨ ਕਹਾਂਗੇ। ਬਿਲਕੁਲ ਇਸੇ ਤਰ੍ਹਾਂ ਦੀ ਰੈਪੀਟੀਸ਼ਨ ਅਸੀਂ ਦੂਸਰੇ ਸਟੈਂਜ਼ੇ ਦੇ ਵਿੱਚ ਵੀ ਦੇਖ ਸਕਦੇ ਹਾਂ। ਦੇਖੋ ਇੱਥੇ ਸੈਕਿੰਡ ਜਿਹੜਾ ਲਾਈਨ ਹੈ ਉਸਦਾ ਲਾਸਟ ਵਰਡ ਹਾਰਟਸ ਹੈ, ਇਸੇ ਤਰ੍ਹਾਂ 4th ਲਾਈਨ ਦਾ ਲਾਸਟ ਵਰਡ ਵੀ ਹਾਰਟਸ ਹੈ। ਤਾਂ ਰੈਪੀਟੀਸ਼ਨ ਹੋ ਰਹੀ ਹੈ, ਵਰਡਸ ਦੀ ਰੈਪੀਟੀਸ਼ਨ ਹੋ ਰਹੀ ਹੈ। ਸਾਊਂਡ ਦੀ ਰੈਪੀਟੀਸ਼ਨ ਦੀ ਗੱਲ ਦੀ ਬਜਾਏ ਆਪਾਂ ਇਹ ਕਹਾਂਗੇ ਕਿ ਵਰਡਸ ਜਾਂ ਫਰੇਜ਼ਿਸ ਦੀ ਰੈਪੀਟੀਸ਼ਨ ਹੋ ਰਹੀ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਪੋਇਮ ਰਿਦਮ ਦੇ ਵਿੱਚ ਹੈ, ਕਿਉਂਕਿ ਰਿਦਮ ਕਿਸਨੇ ਕ੍ਰੀਏਟ ਕੀਤਾ ਹੈ? ਰੈਪੀਟੀਸ਼ਨ ਆਫ ਵਰਡਸ ਜਾਂ ਫਰੇਜ਼ਿਸ ਨੇ। ਪਰ ਇਹ ਪੋਇਮ ਫ੍ਰੀ ਵਰਸ ਦੇ ਵਿੱਚ ਲਿਖੀ ਗਈ ਹੈ। ਦੂਸਰੀ ਖਾਸੀਅਤ ਬੱਚਿਓ ਇਸ ਦੀ ਇਹ ਹੈ ਕਿ ਡਰਾਮੈਟਿਕ ਮੋਨੋਲੋਗ ਹੈ। ਤਾਂ ਡਰਾਮੈਟਿਕ ਮੋਨੋਲੋਗ ਕੀ ਹੁੰਦਾ ਹੈ? ਇਹ ਹੁੰਦਾ ਹੈ ਕਿ ਜਦੋਂ ਸਪੋਜ਼ ਕਰੋ ਕਿਸੇ ਪੋਇਮ ਦੇ ਵਿੱਚ 2 ਪਰਸਨਸ ਦਾ ਜ਼ਿਕਰ ਹੋਵੇ, ਪਰ ਕੇਵਲ ਇੱਕੋ ਹੀ ਪਰਸਨ ਦੂਸਰੇ ਪਰਸਨ ਨਾਲ ਗੱਲ ਕਰੇ, ਦੂਸਰਾ ਪਰਸਨ ਉਸ ਨੂੰ ਰਿਸਪੌਂਡ ਨਾ ਕਰੇ। ਬਿਲਕੁਲ ਆਹੀ ਚੀਜ਼ ਇਸ ਪੋਇਮ ਦੇ ਵਿੱਚ ਹੋ ਰਹੀ ਹੈ। ਜਿਹੜਾ ਪੋਇਟ ਹੈ ਉਹ ਆਪਣੇ ਸਨ ਦੇ ਨਾਲ ਗੱਲ ਕਰ ਰਿਹਾ ਹੈ, ਸਿਰਫ ਉਹ ਗੱਲ ਕਰ ਰਿਹਾ ਹੈ, ਸਨ ਉਸ ਨੂੰ ਕੋਈ ਰਿਸਪੌਂਡ ਨਹੀਂ ਕਰ ਰਿਹਾ। ਸਾਰੀਆਂ ਗੱਲਾਂ ਫਾਦਰ ਦੁਆਰਾ ਹੀ ਕੀਤੀਆਂ ਜਾ ਰਹੀਆਂ ਨੇ, ਇੱਕੋ ਹੀ ਬੰਦਾ ਬੋਲ ਰਿਹਾ ਹੈ, ਦੂਸਰਾ ਸਿਰਫ ਸੁਣ ਰਿਹਾ ਹੈ। ਤਾਂ ਅਸੀਂ ਇਸ ਕਰਕੇ ਇਹ ਕਹਾਂਗੇ ਕਿ ਜਿਹੜੀ ਪੋਇਮ ਹੈ ਇਹ ਡਰਾਮੈਟਿਕ ਮੋਨੋਲੋਗ ਹੈ। ਪੋਇਮ ਦੇ ਪਹਿਲੇ ਸਟੈਂਜ਼ੇ ਵਿੱਚ Once upon a time, son, they used to laugh with their hearts and laugh with their eyes. But now they only laugh with their teeth, with their eyes blow cold eyes, search behind my shadow. ਤਾਂ ਬੱਚਿਓ, ਪਹਿਲੀ ਲਾਈਨ ਤੋਂ ਸਾਨੂੰ ਕਲੀਅਰ ਹੁੰਦਾ ਹੈ ਕਿ ਇੱਥੇ ਸਨ ਸ਼ਬਦ ਆ ਗਿਆ, ਕਿ ਇੱਥੇ ਫਾਦਰ ਆਪਣੇ ਪੁੱਤਰ ਦੇ ਨਾਲ, ਇੱਕ ਪਿਤਾ ਆਪਣੇ ਪੁੱਤਰ ਦੇ ਨਾਲ ਗੱਲ ਕਰ ਰਿਹਾ ਹੈ। ਤੇ ਪਹਿਲੀ ਲਾਈਨ ਦੇ ਵਿੱਚ ਹੀ ਸਾਡੀ ਪੋਇਮ ਦਾ ਟਾਈਟਲ ਆ ਗਿਆ, ਵਨਸ ਅਪੋਨ ਅ ਟਾਈਮ। ਵਨਸ ਅਪੋਨ ਅ ਟਾਈਮ ਬੱਚਿਓ, ਤੁਸੀਂ ਪਤਾ ਹੀ ਹੋਣਾ ਕਿ ਬਹੁਤ ਸਾਰੀਆਂ ਮੂਵੀਜ਼ ਨੇ ਜਿਨ੍ਹਾਂ ਦਾ ਨਾਮ ਵਨਸ ਅਪੋਨ ਅ
ਟਾਈਮ ਦੇ ਨਾਲ ਸਟਾਰਟ ਹੁੰਦਾ ਹੈ, ਟਾਈਮ ਦੀ ਥਾਂ 'ਤੇ ਕਈ ਵਾਰੀ ਟਾਈਮ ਦੇ ਨਾਲ ਕਈ ਵਾਰੀ ਕੋਈ ਦੇਸ਼ ਦਾ ਨਾਮ ਆ ਜਾਂਦਾ। ਕਈ ਸਾਰੀਆਂ ਮੂਵੀਜ਼ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ। ਉਹ ਵੀ ਜਦੋਂ ਵੀ ਸਾਡੇ ਬਜ਼ੁਰਗ ਸਾਨੂੰ ਕੋਈ ਕਹਾਣੀ ਸੁਣਾਉਂਦੇ ਸੀਗੇ ਤਾਂ ਉਹ ਕਹਿੰਦੇ ਸੀ ਇੱਕ ਵਾਰ ਦੀ ਗੱਲ ਹੈ। ਤਾਂ ਜਿਵੇਂ ਹੀ ਇਹ ਪੋਇਮ ਸ਼ੁਰੂ ਹੁੰਦੀ ਹੈ ਤਾਂ ਸਾਨੂੰ ਐਂ ਲੱਗਦਾ ਵੀ ਜਿਵੇਂ ਕੋਈ ਕੋਈ ਕਹਾਣੀ ਸੁਣਾਈ ਜਾ ਰਹੀ ਹੈ, ਜਿਵੇਂ ਕੋਈ ਫੈਰੀ ਟੇਲ ਹੋਵੇ, ਵਨਸ ਅਪੋਨ ਅ ਟਾਈਮ। ਤੇ ਬਿਲਕੁਲ ਬੱਚਿਓ ਐਵੇਂ ਹੀ ਹੈ, ਕਿਉਂਕਿ ਫਾਦਰ ਇੱਕ ਨੈਰੇਟਿਵ ਟੈਕਨੀਕ ਦੇ ਨਾਲ ਕੋਈ ਚੀਜ਼ ਨਰੇਟ ਕਰ ਰਿਹਾ, ਦੱਸ ਰਿਹਾ ਆਪਣੇ ਬੱਚੇ ਨੂੰ। ਹੁਣ ਫਾਦਰ ਕਹਿੰਦਾ ਹੈ ਕਿ ਦੇ ਯੂਜ਼ ਟੂ ਲਾਫ ਵਿਦ देयर ਹਾਰਟਸ, ਕਿ ਮੇਰੇ ਟਾਈਮ ਦੇ ਵਿੱਚ ਜੋ ਪੁਰਾਣਾ ਸਮਾਂ ਸੀ ਉਸ ਨੂੰ ਯਾਦ ਕਰ ਰਿਹਾ ਉਹ, ਕਿ ਉਸ ਸਮੇਂ ਜਿਹੜੇ ਲੋਕ ਸੀਗੇ ਉਹ ਆਪਣੇ ਜਦੋਂ ਆਪਣੇ ਨਾਲ ਦੇ ਨਾਲ ਹੱਸਦੇ ਸੀਗੇ, ਦੇ ਯੂਜ਼ ਟੂ ਲਾਫ, ਤਾਂ ਉਹ ਦਿਲੋਂ ਹੱਸਦੇ ਸੀ ਵਿਦ देयर ਹਾਰਟਸ, ਐਂਡ ਲਾਫ ਵਿਦ देयर ਆਈਜ਼। ਉਹਨਾਂ ਦੀ ਜਿਹੜੀ ਖੁਸ਼ੀ ਸੀ ਉਹਨਾਂ ਦੀ ਆਈਜ਼ ਤੋਂ ਵੀ ਝਲਕਦੀ ਸੀ। ਮਤਲਬ ਉਹ ਸਿਰਫ ਬਣਾਉਟੀ ਹਾਸਾ ਨਹੀਂ ਸੀ ਹੱਸਦੇ, ਜਿਵੇਂ ਕਿ ਅਸੀਂ ਪਿਕ ਦੇ ਵਿੱਚ ਦੇਖ ਰਹੇ ਹਾਂ। ਉਹ ਬਹੁਤ ਹੀ ਖੁੱਲ੍ਹੀ ਤਰ੍ਹਾਂ ਹੱਸਦੇ ਸੀ ਇੱਕ ਦੂਜੇ ਦੇ ਨਾਲ। ਉਹਨਾਂ ਦੇ ਇਮੋਸ਼ਨਸ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ, ਉਹਨਾਂ ਦੇ ਹਾਰਟ ਦੇ ਵਿੱਚੋਂ ਦਿਲੋਂ ਝਲਕਦੇ ਸੀ। ਪਰ ਹੁਣ ਕੀ ਹੋ ਗਿਆ, ਬਟ ਨਾਓ ਹੁਣ ਵਾਲਾ ਟਾਈਮ ਕੀ ਹੋ ਗਿਆ, ਜਦ ਤੋਂ ਯੂਰੋਪੀਅਨ ਕਲਚਰ ਸਾਡੇ ਦੇਸ਼ 'ਤੇ ਆ ਗਿਆ, ਕਿ ਹੋਇਆ ਕੀ ਕਿ ਹੁਣ ਸਿਰਫ ਲੋਕ ਕੀ ਕਰਦੇ ਨੇ, ਸਿਰਫ ਆਪਣੇ ਦੰਦਾਂ ਦੇ ਨਾਲ ਹੱਸਦੇ ਨੇ। ਦੇ ਲਾਫ ਵਿਦ देयर ਟੀਥ, ਸਿਰਫ ਦੰਦਾਂ ਨਾਲ ਹੱਸਦੇ ਨੇ। ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੋਈ ਇਮੋਸ਼ਨ ਨਹੀਂ ਹੈ, ਉਹਨਾਂ ਦੇ ਹਾਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੈ, ਸਿਰਫ ਉਹਨਾਂ ਨੇ ਬਸ ਦੰਦ ਕੱਢਣੇ ਨੇ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਕਰਨਾ। ਤੇ ਦੇਖੋ ਅੱਗੇ ਪੋਇਟ ਨੇ ਕਿੰਨਾ ਸੋਹਣਾ ਲਿਖਿਆ ਕਿ ਵਿਦ देयर ਆਈਜ਼ ਬਲੋ ਕੋਲਡ ਆਈਜ਼, ਕਿ ਉਹਨਾਂ ਦੀਆਂ ਜਿਹੜੀਆਂ ਆਈਜ਼ ਨੇ ਉਹ ਇਸ ਤਰ੍ਹਾਂ ਦੀਆਂ ਲੱਗਦੀਆਂ ਨੇ ਜਿਵੇਂ ਪੱਥਰ ਬਣ ਗਈਆਂ ਹੋਣ। ਆਈਸ ਬਲੌਕ ਹੋਵੇ, ਕੋਈ ਕੋਲਡ ਹੋ ਗਈਆਂ ਹੋਣ, ਜਿਸ 'ਚ ਕੋਈ ਇਮੋਸ਼ਨ ਹੀ ਨਹੀਂ ਹੈ, ਜਿਸ 'ਚ ਕੋਈ ਫੀਲਿੰਗ ਹੀ ਨਹੀਂ ਹੈ। ਤੇ ਸਰਚ ਬਿਹਾਈਂਡ ਮਾਈ ਸ਼ੈਡੋ, ਇੱਥੇ ਦਾ ਇਹਦਾ ਮਤਲਬ ਇਹ ਵੀ ਹੈ ਕਿ ਜਿਹੜੇ ਲੋਕ ਨੇ ਅੱਜ ਕੱਲ੍ਹ ਦੇ, ਉਹ ਕੀ ਕਰਦੇ ਨੇ ਕਿ ਇਗਨੋਰ ਕਰਦੇ ਨੇ ਮੈਨੂੰ। ਮਤਲਬ ਠੀਕ ਹੈ, ਗੱਲ ਹੈਲੋ ਹੈ ਕਰ ਲਈ, ਅਦਰਵਾਈਜ਼ ਉਹਨਾਂ ਦਾ ਜਿਹੜਾ ਮੇਨ ਮੋਟਿਵ ਹੁੰਦਾ ਕਿ ਇਸ ਪਰਸਨ ਨੂੰ ਇਗਨੋਰ ਕੀਤਾ ਜਾਵੇ। ਇੱਥੇ ਇਗਨੋਰ ਦੀ ਗੱਲ ਆ ਰਹੀ ਹੈ। ਤਾਂ ਬੱਚਿਓ ਹੁਣ ਇਹ ਪਹਿਲੇ ਪੈਰੇ ਦੇ ਵਿੱਚੋਂ ਹੀ ਸਾਡੀ ਪੋਇਮ ਦੀ ਜਿਹੜੀ ਟੋਨ ਹੈ ਉਹ ਕਲੀਅਰ ਹੋ ਜਾਂਦੀ ਹੈ ਕਿ ਜਿਹੜਾ ਸਾਡਾ ਪੋਇਟ ਹੈ ਉਹ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰ ਰਿਹਾ, ਉਸ ਨੂੰ ਅੱਜ ਦਾ ਜੋ ਮਾਡਰਨ ਕਲਚਰ ਹੈ ਉਹ ਪਸੰਦ ਨਹੀਂ ਆ ਰਿਹਾ। ਤੇ ਇੱਥੇ ਇੱਕ ਹੋਰ ਬੱਚਿਓ ਗੱਲ ਦੇਖਣ ਵਾਲੀ ਹੈ ਕਿ ਇਸ ਸਟੈਂਜ਼ੇ ਦੇ ਵਿੱਚ ਜਿਹੜੀ ਇਸ ਦੀ ਸੈਕਿੰਡ ਲਾਸਟ ਲਾਈਨ ਹੈ, ਵਿਦ देयर ਆਈਜ਼ ਬਲੋ ਕੋਲਡ ਆਈਜ਼, ਦੇ ਵਿੱਚ ਮੈਟਾਫਰ ਯੂਜ਼ ਹੋਇਆ ਹੈ। ਨਾ ਬੱਚਿਓ ਮੈਂ ਤੁਹਾਨੂੰ ਇਹ ਬੜਾ ਹੀ ਡਿਟੇਲ ਦੇ ਵਿੱਚ ਆਪਣੀਆਂ ਪੁਰਾਣੀ ਵੀਡੀਓਜ਼ ਦੇ ਵਿੱਚ ਸਮਝਾਇਆ ਹੈ ਕਿ ਕਈ ਪੋਲੀਟੀਕਲ ਡਿਵਾਈਸਿਸ ਹੁੰਦੀਆਂ ਨੇ ਜੋ ਕਵੀ ਯੂਜ਼ ਕਰਦਾ ਹੈ ਆਪਣੀ ਕਵਿਤਾ ਨੂੰ ਵਧੀਆ ਬਣਾਉਣ ਦੇ ਲਈ, ਜਿਹਦੇ ਵਿੱਚ ਉਹ ਕਈ ਤਰ੍ਹਾਂ ਦੀਆਂ ਤੁਲਨਾ ਕਰਦਾ ਹੈ। ਤਾਂ ਉਹਦੇ ਵਿੱਚ ਸਿਮਿਲੀਜ਼ ਆਉਂਦੀਆਂ, ਮੈਟਾਫਰਸ ਆਉਂਦੇ ਹੈ, ਐਲੀਟੇਸ਼ਨ ਆਉਂਦੀ ਹੈ, ਜਾਂ ਹੋਰ ਵੀ ਕਈ ਹੋਰ ਪੋਲੀਟੀਕਲ ਡਿਵਾਈਸਿਸ ਆਉਂਦੀਆਂ ਨੇ। ਇੱਥੇ ਮੈਟਾਫਰ ਯੂਜ਼ ਹੋਇਆ। ਮੈਟਾਫਰ ਦਾ ਕਿਸ ਤਰ੍ਹਾਂ ਹੋਇਆ, ਦੇਖੋ ਉਸਨੇ ਆਈਜ਼ ਨੂੰ ਕਿਹਦੇ ਨਾਲ ਤੁਲਨਾ ਕੀਤੀ ਹੈ, ਆਈਸ ਬਲੋਕ ਦੇ ਨਾਲ, ਆਈਸ ਦੇ ਨਾਲ ਆਈਜ਼ ਦੀ ਤੁਲਨਾ ਕੀਤੀ ਹੈ। ਜਿਸ ਤਰ੍ਹਾਂ ਆਈਸ ਦੇ ਵਿੱਚ ਕੋਈ ਇਮੋਸ਼ਨ ਨਹੀਂ ਹੁੰਦੀ, ਤਾਂ ਜਿਹੜੀ ਅੱਜ ਕੱਲ੍ਹ ਦੇ ਲੋਕ ਨੇ ਉਹਨਾਂ ਦੀ ਆਈਜ਼ ਦੇ ਵਿੱਚ ਵੀ ਕੋਈ ਇਮੋਸ਼ਨ ਨਹੀਂ ਹੈ। ਤਾਂ ਇਸ ਤਰ੍ਹਾਂ ਉਹਨੇ ਤੁਲਨਾ ਕਰਤੀ, ਤਾਂ ਅਸੀਂ ਕਹਾਂਗੇ ਕਿ ਇੱਥੇ ਮੈਟਾਫਰ ਯੂਜ਼ ਹੋਇਆ। ਸੈਕਿੰਡ ਸਟੈਂਜ਼ਾ, there was a time indeed they used to shake hands with their hearts, but that's gone son। ਉਹ ਫਿਰ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਇੱਕ ਅਜਿਹਾ ਸਮਾਂ ਸੀ ਜਦੋਂ ਸਾਰੇ ਜਣੇ ਜੋ ਮੇਰੇ ਨਾਲ ਦੇ ਫਰੈਂਡ ਸੀਗੇ ਉਹ ਹੈਂਡਸ਼ੇਕ ਕਰਦੇ ਸੀਗੇ, ਤਾਂ ਸਿਰਫ ਉਹਨਾਂ ਦੇ ਸਿਰਫ ਹੱਥ ਹੀ ਨਹੀਂ ਸੀ ਮਿਲਦੇ, ਸਗੋਂ ਉਹਨਾਂ ਦੇ ਦਿਲ ਵੀ ਮਿਲਦੇ ਸੀਗੇ। ਮਤਲਬ ਉਹ ਦਿਲੋਂ ਕਰਦੇ ਸੀ ਕਿਸੇ ਦਾ ਆਦਰ ਸਤਿਕਾਰ, ਜਦੋਂ ਕਿਸੇ ਨਾਲ ਹੈਂਡਸ਼ੇਕ ਕਰਨਾ, ਕਿਸੇ ਨੂੰ ਵੈਲਕਮ ਕਰਨਾ, ਤਾਂ ਉਹ ਆਪਣੇ ਦਿਲੋਂ ਕਰਦੇ ਸੀ। ਪਰ ਇਹ ਜਿਹੜਾ ਵਕਤ ਹੈ ਬੱਚੇ ਹੁਣ ਚਲਾ ਗਿਆ, ਪਰ ਦੈਟਸ ਗੋਨ। ਇੱਕ ਵਾਰੀ ਫੇਰ ਸਾਨੂੰ ਇੱਥੋਂ ਪਤਾ ਲੱਗਦਾ ਹੈ ਕਿ ਉਹ ਮਾਡਰਨ ਟਾਈਮ ਨੂੰ ਆਪਣੇ ਪੁਰਾਣੇ ਟਾਈਮ ਦੇ ਨਾਲ ਕਿਵੇਂ ਰਿਲੇਟ ਕਰ ਰਿਹਾ, ਕਿਵੇਂ ਉਹ ਯਾਦ ਕਰ ਰਿਹਾ ਹੈ। ਹੁਣ ਕੀ ਹੋ ਰਿਹਾ ਹੈ, ਨਾਓ ਦੇ ਸ਼ੇਕ ਹੈਂਡਸ ਵਿਦਾਊਟ ਹਾਰਟਸ, ਕਹਿੰਦੇ ਹੁਣ ਉਹ ਜਦੋਂ ਹੱਥ ਆਪਣਾ ਅੱਗੇ ਕਰਦੇ ਨੇ ਤਾਂ ਦਿਲੋਂ ਨਹੀਂ ਕਰਦੇ, ਬਸ ਇੱਕ ਜਿਵੇਂ ਇੱਕ ਕੋਈ ਇੱਕ ਕਸਟਮ ਹੁੰਦੀ ਹੈ, ਉਹਨੇ ਉਹਨੂੰ ਪੂਰੀ ਕਰਨੀ ਹੁੰਦੀ ਹੈ ਕਿ ਹਾਂ ਇੱਕ ਰਿਵਾਜ਼ ਹੈ ਕਿ ਹੱਥ ਮਿਲਾਉਣ ਦਾ, ਚਲੋ ਆਪਾਂ ਰਿਵਾਜ਼ ਪੂਰਾ ਕਰ ਲਈਏ। ਦਿਲ ਨਹੀਂ ਮਿਲਦੇ ਉਹਨਾਂ ਦੇ। ਤੇ ਜਿਹੜੇ ਉਹਨਾਂ ਦੇ ਲੈਫਟ ਹੈਂਡਸ ਨੇ, ਜਿਹੜੇ ਉਹਨਾਂ ਦਾ ਲੈਫਟ ਹੈਂਡ ਹੁੰਦਾ ਹੈ, ਉਹ ਮੇਰੀ ਐਮਟੀ ਪੋਕਟ ਨੂੰ ਸਰਚ ਕਰ ਰਿਹਾ ਹੁੰਦਾ। ਕਹਿਣ ਦਾ ਮਤਲਬ ਸੱਜਾ ਹੱਥ ਤਾਂ ਆਪਣਾ ਅੱਗੇ ਵਧਾ ਦਿੰਦੇ ਨੇ, ਪਰ ਜਿਹੜਾ ਉਹਨਾਂ ਦਾ ਖੱਬਾ ਹੱਥ ਹੁੰਦਾ ਹੈ ਉਹ ਸਿਰਫ ਮੇਰੀ ਐਮਟੀ ਪੋਕਟਸ ਨੂੰ ਦੇਖ ਰਿਹਾ ਹੁੰਦਾ, ਮੇਰੀ ਜਿਹੜੀ ਜੇਬ ਹੈ ਉਸ ਵੱਲ ਉਹਦਾ ਧਿਆਨ ਹੁੰਦਾ। ਹੁਣ ਇੱਥੇ ਬੱਚਿਓ ਇਹ ਗੱਲ ਕਹਿਣ ਵਾਲੀ ਹੈ ਕਿ ਕਵੀ ਨੇ ਇੱਥੇ ਐਮਟੀ ਪੋਕਟਸ ਕਿਉਂ ਲਿਖਿਆ।
ਕਿਉਂਕਿ ਉਸਨੂੰ ਇਹ ਲੱਗਦਾ ਹੈ ਕਿ ਜਿਵੇਂ ਸਾਡੇ ਦੇਸ਼ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਹੋਇਆ, ਅਫਰੀਕਾ ਦੇ ਉੱਪਰ ਇੰਗਲੈਂਡ ਨੇ ਆ ਕੇ ਰਾਜ ਕੀਤਾ, ਤਾਂ ਜਿਹੜੀ ਸਾਡੀ ਸਾਰੀ ਜੋ ਇਨੋਸੈਂਸ ਸੀਗੀ, ਜੋ ਇੱਕ ਵਧੀਆ ਚੀਜ਼ ਸੀ ਅਫਰੀਕਾ ਦੀ, ਜੋ ਇੱਕ ਪੁਰਾਣਾ ਕਲਚਰ ਸੀ, ਉਸਨੂੰ ਉਹਨਾਂ ਨੇ ਤਹਿਸ-ਨਹਿਸ ਕਰਤਾ ਤੇ ਹੁਣ ਮੈਂ ਖਾਲੀ ਹੋ ਗਿਆ। ਉਹ ਕਲਚਰ ਹੀ ਖਾਲੀ ਹੋ ਗਿਆ ਕਿਉਂਕਿ ਵੈਸਟਰਨ ਕਲਚਰ ਜਿਹੜਾ ਹੈ, ਯੂਰੋਪੀਅਨ ਕਲਚਰ ਨੇ ਉਸਨੂੰ ਪੂਰਾ ਢੱਕ ਲਿਆ। ਇੱਥੇ ਉਹ ਇਸ ਕਰਕੇ ਐਮਪਟੀ ਪੋਕੇਟਸ ਦਾ ਜ਼ਿਕਰ ਕਰ ਰਿਹਾ ਹੈ। ਤਾਂ ਇਸ ਤਰ੍ਹਾਂ ਬੱਚਿਓ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਪੈਰੇ ਦੇ ਵਿੱਚ ਵੀ ਉਹ ਆਪਣੇ ਪੁਰਾਣੇ ਸਮੇਂ ਨੂੰ ਕਿਸ ਸ਼ਿੱਦਤ ਨਾਲ ਯਾਦ ਕਰ ਰਿਹਾ। ਤੇ ਇੱਥੇ ਇੱਕ ਹੋਰ ਚੀਜ਼ ਇਸ ਪੈਰੇ ਦੇ ਵਿੱਚ ਦੇਖਣ ਵਾਲੀ ਹੈ, ਜਿਵੇਂ ਤੁਸੀਂ ਦੇਖੋਗੇ ਕਿ ਐਲੀਟ੍ਰੇਸ਼ਨ ਯੂਜ਼ ਹੋਈ ਹੈ ਕਾਫੀ, ਜਿਵੇਂ ਹੈਂਡਸ ਦੇ ਨਾਲ ਇੱਥੇ ਹਾਰਟਸ। ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਜਦੋਂ ਕੌਨਸੋਨੈਂਟਸ ਦੀ ਸਾਊਂਡ ਬਾਰ-ਬਾਰ ਆਉਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਐਲੀਟ੍ਰੇਸ਼ਨ ਯੂਜ਼ ਹੁੰਦੀ ਹੈ, ਤੇ ਇਸੇ ਤਰ੍ਹਾਂ ਹੈਂਡ ਤੇ ਹਾਰਟਸ। ਫਿਰ ਮੈਂ ਤੁਹਾਨੂੰ ਕਿਹਾ ਨਾ ਕਿ ਇੱਥੇ ਇਸ ਪੋਇਮ ਦੇ ਵਿੱਚ ਕਾਫੀ ਜ਼ਿਆਦਾ ਰੈਪੀਟੇਸ਼ਨ ਯੂਜ਼ ਹੋਈ ਹੈ ਵਰਡ ਦੀ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਹੈਂਡ, ਇੱਥੇ ਵੀ ਹੈਂਡ ਆਇਆ, ਇੱਥੇ ਵੀ ਹੈਂਡ ਆਇਆ, ਤੇ ਫਿਰ ਇੱਥੇ ਹਾਰਟ ਆਇਆ, ਇੱਥੇ ਹਾਰਟ ਆਇਆ, ਫਿਰ ਇੱਥੇ ਹੈਂਡਸ ਆਇਆ। ਤਾਂ ਕਈ ਸਾਰੇ ਵਰਡਸ ਰਿਪੀਟ ਹੋ ਰਹੇ ਨੇ, ਜਿਸ ਨਾਲ ਇਸ ਪੋਇਮ ਦੀ ਰਿਦਮ ਬਣੀ ਰਹਿੰਦੀ ਹੈ। ਲੇਕਿਨ ਕਿਉਂਕਿ ਇੱਥੇ ਇੱਕ ਕੌਨਸੋਨੈਂਟ ਦੀ ਆਵਾਜ਼ ਜਿਹੜੀ ਹੈ ਉਹ ਬਾਰ-ਬਾਰ ਆ ਰਹੀ ਹੈ, ਤਾਂ ਅਸੀਂ ਕਹਾਂਗੇ ਕਿ ਐਲੀਟ੍ਰੇਸ਼ਨ ਵੀ ਇਸ ਪੈਰੇ ਦੇ ਵਿੱਚ ਯੂਜ਼ ਹੋਈ ਹੈ। ਸਟੂਡੈਂਟਸ, ਥਰਡ ਸਟੈਂਜ਼ੇ ਦੇ ਵਿੱਚ ਕਵੀ ਇਹ ਦੱਸ ਰਿਹਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਉਸਦਾ ਆਪਣਾ ਅਫਰੀਕਨ ਕਲਚਰ ਸੀ, ਉਸ ਦੇ ਵਿੱਚ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਹੁੰਦੀ ਸੀ, ਤੇ ਅੱਜ ਕੱਲ੍ਹ ਜੋ ਹੁਣ ਯੂਰੋਪੀਅਨ ਕਲਚਰ ਦੇ ਵਿੱਚ ਬਦਲ ਗਿਆ, ਉਸ ਦੇ ਵਿੱਚ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਹੁੰਦੀ ਹੈ। ਤਾਂ ਉਹ ਕਹਿੰਦਾ ਹੈ, ਫੀਲ ਐਟ ਹੋਮ, ਕਮ ਅਗੇਨ, ਦੇ ਸੇ, ਐਂਡ ਵੈਨ ਆਈ ਕਮ ਅਗੇਨ ਐਂਡ ਫੀਲ ਐਟ ਹੋਮ, once twice there will be no thrice, for then I find doors shut on me। ਉਹ ਕਹਿੰਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਮਹਿਮਾਨ ਨਵਾਜ਼ੀ ਹੁੰਦੀ ਸੀ, ਉਹਦਾ ਕੋਈ ਇਹ ਨਹੀਂ ਸੀ ਹੁੰਦਾ, ਆਪਾਂ ਜਿੰਨੀ ਮਰਜ਼ੀ ਵਾਰੀ ਕਿਸੇ ਦੇ ਘਰ ਜਾਈਏ ਤਾਂ ਉਸੇ ਤਰ੍ਹਾਂ ਦੀ ਮਹਿਮਾਨ ਨਵਾਜ਼ੀ ਮਿਲਦੀ ਸੀ। ਪਰ ਹੁਣ ਕੀ ਹੋ ਰਿਹਾ ਹੈ ਕਿ ਮੰਨ ਲਓ ਆਪਾਂ ਕਿਸੇ ਦੇ ਘਰ ਜਾਈਏ, ਤਾਂ ਇੱਕ ਵਾਰੀ ਜਾਈਏ, ਉਹ ਸਾਨੂੰ ਕਹਿੰਦਾ ਕਿ ਫੀਲ ਐਟ ਹੋਮ। ਉਹ ਫੀਲ ਐਟ ਹੋਮ ਦਾ ਮਤਲਬ ਹੁੰਦਾ ਹੈ ਕਿ ਜਦ ਆਪਾਂ ਕਹਿੰਦੇ ਹਾਂ ਕੋਈ ਸਾਡੇ ਘਰੇ ਮਹਿਮਾਨ ਆ ਜਾਏ, ਆਪਾਂ ਨੂੰ ਕਹਿੰਦੇ ਹਾਂ ਕਿ ਆਪਣਾ ਹੀ ਘਰ ਸਮਝ, ਆਰਾਮ ਨਾਲ ਰਹਿ, ਉਹਨੂੰ ਆਪਾਂ ਕਹਿੰਦੇ ਹਾਂ ਫੀਲ ਐਟ ਹੋਮ। ਫਿਰ ਜਦੋਂ ਜਾਣ ਲੱਗਦਾ ਹੈ, ਆਪਾਂ ਫਿਰ ਉਸਨੂੰ ਕਹਿੰਦੇ ਹਾਂ ਕਿ ਕਮ ਅਗੇਨ, ਫੇਰ ਆਈਓ, ਫੇਰ ਆਈਓ। ਫਿਰ ਜਦੋਂ ਆਪਾਂ ਦੁਬਾਰਾ ਜਾਈਏ, ਵੈਨ ਆਈ ਕਮ ਅਗੇਨ, ਦੁਬਾਰਾ ਆਪਾਂ ਉਸੇ ਬੰਦੇ ਦੇ ਘਰ ਜਾਂਦੇ ਹਾਂ, ਫਿਰ ਇੱਕ ਵਾਰੀ ਫਿਰ ਸੁਣਨ ਨੂੰ ਮਿਲਦਾ ਹੈ ਫੀਲ ਐਟ ਹੋਮ। ਪਹਿਲੀ ਵਾਰੀ ਸੁਣਨ ਨੂੰ ਮਿਲਦਾ ਹੈ, ਦੂਜੀ ਵਾਰੀ ਸੁਣਨ ਨੂੰ ਮਿਲਦਾ ਹੈ, ਬਟ ਦੇਅਰ ਵਿਲ ਬੀ ਨੋ ਥਰਾਈਸ। ਪਰ ਤੀਜੀ ਵਾਰੀ ਸੁਣਨ ਨੂੰ ਨਹੀਂ ਮਿਲਦਾ ਫੀਲ ਐਟ ਹੋਮ। ਕਿਉਂ? ਕਿਉਂਕਿ ਜਦੋਂ ਮੈਂ ਉਹਨਾਂ ਦੇ ਘਰ ਜਾਂਦਾ, ਆਈ ਫਾਈਂਡ ਡੋਰਸ ਸ਼ਟ ਔਨ ਮੀ, ਮੈਨੂੰ ਦਰਵਾਜ਼ਾ ਹੀ ਬੰਦ ਮਿਲਦਾ ਹੈ, ਮੈਨੂੰ ਉਹ ਦਰਵਾਜ਼ਾ ਖੁੱਲ੍ਹਾ ਹੀ ਨਹੀਂ ਮਿਲਦਾ ਉਸ ਮਹਿਮਾਨ ਦਾ। ਮਤਲਬ ਕਵੀ ਇੱਥੇ ਕਹਿਣਾ ਇਹ ਚਾਹ ਰਿਹਾ ਹੈ ਕਿ ਅੱਜ ਕੱਲ੍ਹ ਦੀ ਮਹਿਮਾਨ ਨਵਾਜ਼ੀ ਸਿਰਫ ਆਰਟੀਫਿਸ਼ੀਅਲ ਹੋ ਗਈ, ਬਣਾਉਟੀ ਹੋ ਗਈ, ਉੱਪਰੋਂ ਹੁੰਦੀ ਹੈ, ਹੱਸ ਕੇ ਗੱਲਾਂ ਕਰ ਲਈਆਂ, ਹਾਂ ਜੀ ਠੀਕ ਹੈ ਜੀ, ਆਈਓ ਜੀ, ਜ਼ਰੂਰ ਆਈਓ ਜੀ। ਪਰ ਜੇ ਆਪਾਂ ਕਿਸੇ ਦੇ ਘਰ ਚਲੇ ਜਾਈਏ ਤਾਂ ਫਿਰ ਅੰਦਰੋਂ ਆਉਣ ਦੇ ਮੂੰਹ ਬਣ ਜਾਂਦੇ ਨੇ, ਤੇ ਕਈ ਵਾਰੀ ਦਰਵਾਜ਼ੇ ਨਹੀਂ ਖੁੱਲ੍ਹਦੇ, ਲੈ ਤਾਂ ਫੇਰ ਆ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕਵੀ ਹੈ, ਇਹ ਹੁਣ ਆਪਣੇ ਪੁਰਾਣੇ ਸਮੇਂ ਨੂੰ ਤੇ ਨਵੇਂ ਸਮੇਂ ਨੂੰ ਯਾਦ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਮਹਿਮਾਨ ਨਵਾਜ਼ੀ ਬਦਲ ਗਈ। ਸਟੂਡੈਂਟਸ, ਪੋਇਮ ਦੇ ਫੋਰਥ ਸਟੈਂਜ਼ੇ ਦੇ ਵਿੱਚ ਕਵੀ ਇਹ ਕਹਿਣਾ ਚਾਹ ਰਿਹਾ ਹੈ ਕਿ ਉਸ ਨੂੰ ਨਾ ਚਾਹੁੰਦੇ ਹੋਏ ਵੀ ਜੋ ਨਵਾਂ ਕਲਚਰ ਹੈ ਉਸ ਨੂੰ ਅਡੋਪਟ ਕਰਨਾ ਪਿਆ, ਉਸ ਨੂੰ ਉਹ ਮੰਨਣਾ ਪਿਆ, ਉਹਦੇ ਕੋਲ ਕੋਈ ਚਾਰਾ ਨਹੀਂ ਸੀ, ਕਿਉਂਕਿ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਹੈ। ਤਾਂ ਉਸ ਨੂੰ ਦੁੱਖ ਹੈ, ਉਹੀ ਆਪਣੀ ਜਿਹੜਾ ਉਹ ਦੁੱਖ ਹੈ ਇਸ ਸਟੈਂਜ਼ੇ ਦੇ ਵਿੱਚ ਉਹ ਬਿਆਨ ਕਰਦਾ। ਤਾਂ ਉਹ ਕੀ ਕਹਿੰਦਾ ਹੈ, ਸੋ ਆਈ ਹੈਵ ਲਰਨਡ ਮੈਨੀ ਥਿੰਗਸ ਸਨ। ਫਿਰ ਉਹ ਆਪਣੇ ਪੁੱਤਰ ਨੂੰ ਸੰਬੋਧਿਤ ਕਰ ਰਿਹਾ ਹੈ ਕਿ ਮੈਂ ਬਹੁਤ ਸਾਰੀਆਂ ਗੱਲਾਂ ਸਿੱਖ ਲਈਆਂ ਨੇ। ਕੀ ਸਿੱਖਿਆ ਨੇ? ਆਈ ਹੈਵ ਲਰਨ ਟੂ ਵੀਅਰ ਮੈਨੀ ਫੇਸਿਸ। ਕਹਿੰਦਾ ਮੈਨੇ ਬਹੁਤ ਸਾਰੇ ਚਿਹਰੇ ਆਪਣੇ ਤੇ ਪਾਣੇ ਸਿੱਖ ਲਏ, ਆਪਣੇ ਚਿਹਰੇ ਦੇ ਉੱਪਰ ਚਿਹਰੇ ਪਾਣੇ ਸਿੱਖ ਲਏ। ਕਿਸ ਤਰ੍ਹਾਂ ਦੇ? ਲਾਈਕ ਡਰੈਸਿਸ, ਜਿਵੇਂ ਆਪਾਂ ਡਰੈਸਿਸ ਚੇਂਜ ਕਰ ਦਿੰਦੇ ਹਾਂ, ਆਪਣੇ ਕੱਪੜੇ ਚੇਂਜ ਕਰਦੇ ਹਾਂ, ਉਸ ਤਰ੍ਹਾਂ ਮੈਨੇ ਆਪਣੇ ਫੇਸਿਸ ਵੀ ਚੇਂਜ ਕਰਨੇ ਸਟਾਰਟ ਕਰਤੇ। ਹੁਣ ਉਹ ਫੇਸਿਸ ਕਿਹੜੇ ਕਿਹੜੇ ਨੇ? ਹੋਮ ਫੇਸ, ਆਫਿਸ ਫੇਸ, ਸਟਰੀਟ ਫੇਸ, ਹੋਸਟ ਫੇਸ। ਤਾਂ ਇਸ ਤਰ੍ਹਾਂ ਦੇ ਮਤਲਬ ਉਸਨੇ ਫੇਸ ਜਿਹੜੇ ਨੇ ਉਹ ਸਟਾਰਟ ਕਰਤੇ ਪਾਣੇ। ਹੁਣ ਦੇਖੋ, ਹੋਮ ਫੇਸ ਦਾ ਮਤਲਬ ਇੱਥੇ ਦੇਖੋ, ਸਾਰੇ ਆਪਾਂ ਜਿਹੜੇ ਵਰਡਸ ਦੇਖੀਏ, ਹੋਮ ਫੇਸ, ਆਫਿਸ ਫੇਸ, ਇਹ ਸਾਰੇ ਕੰਪਾਊਂਡ ਵਰਡਸ ਹੈ। ਸਾਨੂੰ ਪਤਾ ਹੈ ਇਹ ਇੱਕ ਤੋਂ ਵੱਧ ਵਰਡਸ ਦੇ ਨਾਲ ਮਿਲ ਕੇ ਬਣੇ ਹੋਏ ਨੇ, ਇਹ ਕੰਪਾਊਂਡ ਵਰਡਸ ਨੇ ਸਾਰੇ। ਹੋਮ ਫੇਸ ਹੋਇਆ, ਚਾਹੇ ਆਫਿਸ ਫੇਸ ਹੋਇਆ, ਸਟਰੀਟ ਫੇਸ, ਹੋਸਟ ਫੇਸ, ਇੱਕ ਅੱਗੇ ਕੋਕਟੇਲ ਫੇਸ ਵੀ ਆ ਰਿਹਾ, ਤਾਂ ਇਹ ਸਾਰੇ ਕੰਪਾਊਂਡ ਵਰਡਸ ਹੈ। ਇੱਥੇ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਜਦੋਂ ਮੈਂ ਘਰੇ ਹਾਂ ਤਾਂ ਉਸ ਟਾਈਮ ਮੇਰਾ ਵਿਵਹਾਰ ਹੋ ਰਿਹਾ, ਜਦੋਂ ਮੈਂ ਆਫਿਸ ਚਲਾ ਗਿਆ ਤਾਂ ਮੇਰਾ ਵਿਵਹਾਰ ਉੱਥੇ ਦੇ ਲੋਕਾਂ ਦੇ ਨਾਲ ਹੋ ਰਿਹਾ, ਜਦੋਂ ਮੈਂ ਆਪਣੇ ਗਲੀ ਮੁਹੱਲੇ ਦੇ ਵਿੱਚ ਜਾ ਰਿਹਾ, ਆਪਣੇ ਫਰੈਂਡਸ ਦੇ ਕੋਲ ਜਾ ਰਿਹਾ, ਤਾਂ ਮੇਰਾ ਵਿਵਹਾਰ ਹੋ ਰਿਹਾ। ਇਸੇ ਤਰ੍ਹਾਂ ਮੰਨ ਲਓ ਜੇ ਮੈਂ ਕਦੇ ਕਿਸੇ ਦਾ ਮੇਜ਼ਬਾਨ ਬਣਦਾ, ਸਾਡੇ ਘਰੇ ਕੋਈ ਮਹਿਮਾਨ ਆਉਂਦਾ ਹੈ, ਤਾਂ ਮੇਰਾ ਵਿਵਹਾਰ ਹੋਰ ਤਰ੍ਹਾਂ ਹੈ।
ਤਾਂ ਇਸ ਤਰ੍ਹਾਂ ਉਹ ਆਪਣੇ ਫੇਸਿਸ ਚੇਂਜ ਕਰਦਾ ਰਹਿੰਦਾ ਹੈ ਤੇ ਉਹਨੂੰ ਇਹ ਕਿਸ ਚੀਜ਼ ਨੇ ਸਿਖਾਇਆ? ਉਸ ਨੂੰ ਸਿਖਾਇਆ ਇਸ ਅੱਜ ਕੱਲ੍ਹ ਦੇ ਮਾਹੌਲ ਨੇ, ਇਸ ਮਾਡਰਨ ਮਾਹੌਲ ਨੇ। ਫਿਰ ਉਹ ਕਹਿੰਦਾ ਕਿ ਕੋਕਟੇਲ ਫੇਸ, ਹੁਣ ਕੋਕਟੇਲ ਫੇਸ ਤੁਸੀਂ ਸਮਝਦੇ ਹੋ ਬੱਚਿਓ ਕਿ ਜਿਸ ਟਾਈਮ ਆਪਾਂ ਕਈ ਵਾਰੀ ਮੈਰਿਜ ਪਾਰਟੀ 'ਚ ਜਾਂਦੇ ਹਾਂ ਤਾਂ ਉੱਥੇ ਕੋਕਟੇਲ ਜਾਂ ਮੋਕਟੇਲ ਚੱਲ ਰਹੀਆਂ ਹੁੰਦੀਆਂ ਨੇ। ਕੋਕਟੇਲ 'ਚ ਥੋੜ੍ਹੀਆਂ ਤੁਹਾਨੂੰ ਪਤਾ ਹੈ ਵੀ ਜਿਹੜੀਆਂ ਡਰਿੰਕਸ ਨੇ ਉਹ ਆ ਜਾਂਦੀਆਂ ਨੇ, ਤਾਂ ਉੱਥੇ ਵੀ ਮੇਰਾ ਵਿਵਹਾਰ ਹੋਰ ਤਰ੍ਹਾਂ ਦਾ ਹੁੰਦਾ ਹੈ। ਉੱਥੇ ਮੈਂ ਫੇਸ ਆਪਣਾ ਹੋਰ ਤਰ੍ਹਾਂ ਦਾ ਲਾ ਲੈਂਦਾ। ਫੇਸ ਤਾਂ ਲਾਣਾ ਹੀ ਲਾਣਾ ਵਿਦ ਆਲ ਦੇਅਰ ਕਨਫਰਮਿੰਗ ਸਮਾਈਲਸ, ਅਤੇ ਮੇਰੀ ਸਮਾਈਲ ਵੀ ਉਹਦੇ ਅਨੁਸਾਰ ਚੇਂਜ ਹੁੰਦੀ ਰਹਿੰਦੀ ਹੈ। ਵੀ ਜਦੋਂ ਮੈਂ ਘਰੇ ਹੈ ਤਾਂ ਮੇਰੀ ਆਪਣੀ ਫੇਸ ਦੇ ਉੱਪਰ ਸਮਾਈਲ ਹੋਰ ਤਰ੍ਹਾਂ ਹੈ, ਅਤੇ ਜਦੋਂ ਮੈਂ ਆਪਣੇ ਫਰੈਂਡਸ ਦੇ ਨਾਲ ਹੈ ਤਾਂ ਮੇਰੀ ਸਮਾਈਲ ਹੋਰ ਤਰ੍ਹਾਂ ਹੈ, ਜਦੋਂ ਮੈਂ ਕਿਸੇ ਫੰਕਸ਼ਨ ਦੇ ਵਿੱਚ ਹੈ ਤਾਂ ਮੇਰੀ ਫੇਸ ਦੇ ਉੱਪਰ ਸਮਾਈਲ ਹੋਰ ਤਰ੍ਹਾਂ ਹੈ। ਉਹ ਕਹਿਣਾ ਕੀ ਚਾਹੁੰਦਾ? ਉਹ ਕਹਿਣਾ ਇਹ ਚਾਹੁੰਦਾ ਹੈ ਕਿ ਮੈਂ ਸਭ ਕੁਛ ਬਣਾਉਟੀਪਣ 'ਚ ਆ ਗਿਆ, ਇਹ ਸਾਰੇ ਕੰਮ ਬਣਾਉਟੀ ਹੋ ਗਏ, ਮੇਰੇ ਓਰੀਜਨੈਲਿਟੀ ਰਹੀ ਹੋ ਨਹੀਂ, ਮੈਂ ਬਣਾਉਟੀ ਬਣ ਗਿਆ, ਮੈਂ ਆਰਟੀਫਿਸ਼ੀਅਲ ਬਣ ਗਿਆ, ਮੈਂ ਓਰੀਜਨਲ ਨਹੀਂ ਰਿਹਾ। ਫਿਰ ਉਹ ਐਂਡ 'ਚ ਇਹ ਵੀ ਕਹਿੰਦਾ ਹੈ ਲਾਈਕ ਅ ਫਿਕਸਡ ਪੋਰਟਰੇਟ ਸਮਾਈਲ, ਕਿ ਜਿਸ ਤਰ੍ਹਾਂ ਇੱਕ ਆਪਾਂ ਘਰ ਦੇ ਵਿੱਚ ਕੋਈ ਤਸਵੀਰ ਲਾ ਦਈਏ, ਜਿਵੇਂ ਕਿ ਤੁਹਾਨੂੰ ਪਿਕ ਦੇ ਵਿੱਚ ਤਸਵੀਰ ਦਿਖ ਰਹੀ ਹੈ, ਇੱਕ ਫਿਕਸਡ ਸਮਾਈਲ ਹੁੰਦੀ ਹੈ, ਉਹ ਕਦੇ ਚੇਂਜ ਨਹੀਂ ਹੁੰਦੀ। ਮੇਰੀ ਵੀ ਸਮਾਈਲ ਉਹ ਹੋਗੀ ਕਿ ਹਰ ਫੇਸ ਦੇ ਨਾਲ ਮੇਰੀ ਸਮਾਈਲ ਜੁੜੀ ਹੋਈ ਹੈ ਕਿ ਮੈਨੇ ਆਪਣਾ ਇਹ ਰੰਗ ਦਿਖਾਣਾ ਹੈ ਜੇਕਰ ਮੈਂ ਇਸ ਮਾਹੌਲ 'ਚ ਹੈ। ਤਾਂ ਬੱਚਿਓ ਉਹ ਕਹਿਣਾ ਕੀ ਚਾਹ ਰਿਹਾ ਹੈ? ਕਵੀ ਇਹ ਕਹਿਣਾ ਚਾਹ ਰਿਹਾ ਹੈ ਕਿ ਉਹ ਆਪਣੀ ਓਰੀਜਨੈਲਿਟੀ ਭੁੱਲ ਚੁੱਕਿਆ। ਜੋ ਉਸਦੀ ਓਰੀਜਨੈਲਿਟੀ ਕੀ ਸੀ? ਉਸਦੀ ਓਰੀਜਨੈਲਿਟੀ ਸੀ ਉਸਦਾ ਆਪਣਾ ਨੇਟਿਵ ਅਫਰੀਕਨ ਕਲਚਰ, ਨਾਈਜੀਰੀਅਨ ਕਲਚਰ, ਜੋ ਖਤਮ ਹੋ ਗਿਆ। ਅਤੇ ਹੁਣ ਉਹ ਕਿਸ ਕਲਚਰ ਦੇ ਵਿੱਚ ਆ ਗਿਆ? ਯੂਰੋਪੀਅਨ ਕਲਚਰ 'ਚ, ਜਿੱਥੇ ਕਿ ਹਰ ਇਨਸਾਨ ਹਰ ਜਗ੍ਹਾ ਆਪਣੇ ਚਿਹਰੇ ਬਦਲਦਾ ਰਹਿੰਦਾ ਹੈ, ਆਪਣੇ ਵਿਵਹਾਰ ਬਦਲਦਾ ਰਹਿੰਦਾ, ਆਪਣਾ ਸਮਾਈਲਾਂ ਬਦਲਦਾ ਰਹਿੰਦਾ। ਐਂਡ ਆਈ ਹੈਵ ਲਰਨ ਟੂ ਲਾਫ ਵਿਦ ਓਨਲੀ ਮਾਈ ਟੀਥ ਐਂਡ ਸ਼ੇਕ ਹੈਂਡਸ ਵਿਦਾਊਟ ਮਾਈ ਹਾਰਟ। ਹੁਣ ਉਹ ਇਹ ਵੀ ਕਹਿ ਰਿਹਾ ਹੈ ਕਿ ਮੈਂ ਹੁਣ ਇਹ ਵੀ ਸਿੱਖ ਗਿਆ ਕਿ ਸਿਰਫ ਦੰਦਾਂ ਨਾਲ ਕਿਵੇਂ ਹੱਸਣਾ, ਅਤੇ ਮੈਂ ਇਹ ਵੀ ਸਿੱਖ ਗਿਆ ਕਿ ਬਿਨਾਂ ਦਿਲ ਮਿਲਾਏ ਹੱਥ ਕਿਵੇਂ ਮਿਲਾਣੇ ਨੇ। ਜੋ ਗੱਲਾਂ ਕਵੀ ਨੇ ਪਹਿਲਾਂ ਕਹੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਕਿ ਲੋਕਾਂ ਦੇ ਸਿਰਫ ਹੱਥ ਹੀ ਨਹੀਂ ਸੀ ਮਿਲਦੇ, ਦਿਲ ਵੀ ਮਿਲਦੇ ਸੀ, ਅੱਖਾਂ 'ਚ ਪਿਆਰ ਵੀ ਹੁੰਦਾ ਸੀ, ਸਿਰਫ ਦਿਲਾਂ 'ਚ ਹੀ ਪਿਆਰ ਨਹੀਂ ਸੀ ਹੁੰਦਾ। ਪਰ ਹੁਣ ਮੈਂ ਲੋਕਾਂ ਦੇ ਨਾਲ ਇਸ ਵੈਸਟਰਨ ਕਲਚਰ ਦੇ ਵਿੱਚ ਆ ਕੇ ਰਹਿ ਕੇ ਸਿੱਖ ਲਿਆ ਕਿ ਮੈਂ ਬਣਾਉਟੀ ਹਾਸਾ ਕਿਵੇਂ ਹੱਸਣਾ ਹੈ, ਆਰਟੀਫਿਸ਼ੀਅਲ ਲਾਫ ਕਿਵੇਂ ਕਰਨਾ ਹੈ, ਅਤੇ ਮੈਂ ਆਰਟੀਫਿਸ਼ੀਅਲ ਕਿਸੇ ਦਾ ਵੈਲਕਮ ਕਿਵੇਂ ਕਰਨਾ ਹੈ। ਤਾਂ ਉਹ ਇਹ ਸਾਰੀਆਂ ਜੋ ਗਲਤ ਗੱਲਾਂ ਸੀ ਜੋ ਉਸਨੂੰ ਯੂਰੋਪੀਅਨ ਕਲਚਰ ਨੇ ਸਿਖਾਈਆਂ ਨੇ ਆ ਕੇ, ਉਹ ਸਾਰੀਆਂ ਸਿੱਖ ਗਿਆ। ਇਸ ਪੈਰੇ ਦੇ ਵਿੱਚ ਬੱਚਿਓ 2 ਵਾਰੀ ਸਿਮਿਲੀ ਯੂਜ਼ ਹੋਈ ਹੈ। ਮੈਂ ਤੁਹਾਨੂੰ ਦੱਸਦਾ, ਜਿਵੇਂ ਤੁਹਾਨੂੰ ਦੱਸਿਆ ਕਿ ਸਿਮਿਲੀ ਵੀ ਇੱਕ ਪੋਇਟੀਕਲ ਡਿਵਾਈਸ ਹੈ ਜੋ 2 ਚੀਜ਼ਾਂ ਦੇ ਵਿੱਚ ਤੁਲਨਾ ਕਰਦੀ ਹੈ, ਬਟ ਸਾਨੂੰ ਲਾਈਕ ਜਾਂ ਐਜ਼ ਲਾ ਕੇ ਕੀਤੀ ਜਾਂਦੀ ਹੈ ਤੁਲਨਾ। ਤਾਂ ਇੱਥੇ ਉਸਨੇ ਜਿਹੜੀ ਆ ਕਨਫਰਮਿੰਗ ਸਮਾਈਲਸ ਹੈ, ਜੋ ਤਰ੍ਹਾਂ ਤਰ੍ਹਾਂ ਦੇ ਫੇਸ ਆਪਣੇ ਬਣਾਉਟੀ ਚਿਹਰੇ ਜੇ ਬਣਾਉਂਦਾ ਹੈ ਉਹ ਹਰ ਜਗ੍ਹਾ, ਉਸ ਦੇ ਉੱਪਰ ਜਿਹੜੀ ਸਮਾਈਲ ਰੱਖਦਾ ਹੈ, ਉਸ ਸਮਾਈਲ ਨੂੰ ਉਸਨੇ ਕਿਸ ਨਾਲ ਤੁਲਨਾ ਕੀਤੀ ਹੈ? ਫਿਕਸਡ ਪੋਰਟਰੇਟ ਸਮਾਈਲ ਦੀ। ਤਾਂ ਫਿਕਸਡ ਪੋਰਟਰੇਟ ਸਮਾਈਲ ਦੀ ਉਸਨੇ ਤੁਲਨਾ ਕਨਫਰਮਿੰਗ ਸਮਾਈਲਸ ਵੱਲ ਨਾਲ ਕੀਤੀ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਥੇ ਪੋਇਟ ਨੇ ਸਿਮਿਲੀ ਯੂਜ਼ ਕੀਤੀ। ਇਸੇ ਤਰ੍ਹਾਂ ਇਸੇ ਪੈਰੇ ਦੇ ਵਿੱਚ ਸ਼ੁਰੂਆਤੀ ਲਾਈਨਾਂ ਦੇ ਵਿੱਚ ਉਸਨੇ ਸਿਮਿਲੀ ਯੂਜ਼ ਕੀਤੀ ਹੈ, ਜਿਸ ਵਿੱਚ ਉਸਨੇ ਆਪਣੇ ਜਿਹੜੇ ਮੈਨੀ ਫੇਸਿਸ ਹੈ, ਜੋ ਤਰ੍ਹਾਂ ਤਰ੍ਹਾਂ ਦੇ ਫੇਸਿਸ ਉਹ ਯੂਜ਼ ਕਰਦਾ ਹੈ ਹਾਲਾਤਾਂ ਦੇ ਵਿੱਚ, ਉਸ ਨੂੰ ਉਹਨੇ ਡਰੈਸਿਸ ਦੇ ਨਾਲ, ਜਿਵੇਂ ਫੇਸਿਸ ਨੂੰ ਉਸਦੇ ਨੇ ਡਰੈਸਿਸ ਦੇ ਨਾਲ ਲਾਈਕ ਲਾ ਕੇ ਉਸਨੇ ਤੁਲਨਾ ਕੀਤੀ ਹੈ। ਤਾਂ ਬੱਚਿਓ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਪੂਰੇ ਸਟੈਂਜ਼ੇ ਦੇ ਵਿੱਚ 2 ਵਾਰੀ ਸਿਮਿਲੀ ਕਵੀ ਨੇ ਯੂਜ਼ ਕੀਤੀ ਹੈ। ਤਾਂ ਸਿਮਿਲੀ ਬੱਚਿਓ ਇੱਕ ਪੋਇਟੀਕਲ ਡਿਵਾਈਸ ਹੈ। ਮੈਂ ਤੁਹਾਨੂੰ ਦੱਸਿਆ ਪਹਿਲਾਂ ਮੈਟਾਫਰ ਵੀ ਆਇਆ ਹੈ, ਇਸੇ ਤਰ੍ਹਾਂ ਪਰਸੋਨੀਫਿਕੇਸ਼ਨ ਵੀ ਹੁੰਦੀ ਹੈ, ਇੱਕ ਐਲੀਟੇਸ਼ਨ ਵੀ ਹੁੰਦੀ ਹੈ। ਤਾਂ ਬੱਚਿਓ ਮੈਂ ਇਹ ਆਪਣੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਬਹੁਤ ਡਿਟੇਲ ਸਮਝਾਇਆ, ਉੱਪਰ ਦਿੱਤੇ ਹੋਏ ਲਿੰਕ 'ਤੇ ਤੁਸੀਂ ਜਾ ਕੇ ਇਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰ ਸਕਦੇ ਹੋ। I have also learned to say goodbye when I mean good riddance। ਇੱਥੇ ਹੁਣ ਕਵੀ ਇਹ ਕਹਿ ਰਿਹਾ ਹੈ, ਕਹਿੰਦਾ ਹੁਣ ਕਈ ਵਾਰੀ ਬੱਚਿਓ ਐਂ ਹੁੰਦਾ ਕਿ ਸਪੋਜ਼ ਕਰੋ ਆਪਣੇ ਨਾਲ ਕੋਈ ਦੋਸਤ ਬੈਠਾ ਹੈ, ਤਾਂ ਜੇ ਆਪਣੇ ਦੋਸਤ ਨਾਲ ਬਹੁਤ ਹੀ ਵਧੀਆ ਰਿਲੇਸ਼ਨ ਨੇ ਜਾਂ ਕਈ ਵਾਰੀ ਆਪਾਂ ਨੂੰ ਉਸਦਾ ਜਾਣਾ ਨਹੀਂ ਚੰਗਾ ਲੱਗਦਾ, ਆਪਾਂ ਚਾਹੁੰਦੇ ਹਾਂ ਕਿ ਗੱਲਾਂ ਹੋਰ ਚੱਲਣ, ਤਾਂ ਆਪਾਂ ਉਸ ਨੂੰ ਜਾਂਦੇ ਹੋਏ ਬੜੇ ਦਿਲੋਂ ਕਹਾਂਗੇ ਗੁੱਡ ਬਾਏ। ਪਰ ਜੇ ਹੁਣ ਸਪੋਜ਼ ਕਰੋ ਅਸੀਂ ਇੱਕ ਐਸੇ ਪਰਸਨ ਦੇ ਨਾਲ ਬੈਠੇ ਹਾਂ ਜੋ ਸਾਨੂੰ ਲੱਗਦਾ ਹੈ ਕਿ ਜਲਦੀ ਜਾਵੇ, ਛੁਟਕਾਰਾ ਮਿਲੇ, ਤਾਂ ਅਸੀਂ ਉਸ ਥਾਂ 'ਤੇ ਯੂਜ਼ ਕਰਦੇ ਹਾਂ ਵਰਡਸ ਗੁੱਡ ਰਿਡਨਸ, ਜੋ ਇੱਥੇ ਲਿਖੇ ਹੋਏ ਨੇ ਗੁੱਡ ਰਿਡਨਸ, ਗੁੱਡ ਬਾਏ। ਗੁੱਡ ਬਾਏ ਜਿਹੜਾ ਹੈ ਇਹ ਇੱਕ
ਪੋਜ਼ਿਟਿਵ ਵਰਡ ਹੈ ਵੀ ਜਦੋਂ ਤੁਸੀਂ ਕਿਸੇ ਤੋਂ ਅਲਵਿਦਾ ਕਹਿੰਦੇ ਹੋ, ਦਿਲੋਂ ਤੁਸੀਂ ਉਹਨੂੰ ਕਹਿੰਦੇ ਹੋ, ਉਸ ਬਾਰੇ ਗੁੱਡ ਵਿਸ਼ਿਜ਼ ਮੰਗਦੇ ਹੋ ਅਤੇ ਉਸਨੂੰ ਮਤਲਬ ਹਾਲਾਂਕਿ ਤੁਸੀਂ ਚਾਹੁੰਦੇ ਹੋ ਕਿ ਹੋਰ ਉਸ ਨਾਲ ਵਕਤ ਬਿਤਾਇਆ ਜਾਵੇ ਅਤੇ ਫਿਰ ਤੁਸੀਂ ਉਸ ਨੂੰ ਗੁੱਡ ਬਾਏ ਕਹਿੰਦੇ ਹੋ ਕਿਉਂਕਿ ਤੁਸੀਂ ਇੰਜੋਏ ਕੀਤਾ ਉਸ ਦੀ ਕੰਪਨੀ ਨੂੰ। ਪਰ ਜਦੋਂ ਤੁਸੀਂ ਕਿਸੇ ਬੰਦੇ ਨੂੰ ਬਹੁਤ ਸਮਝਣ ਲੱਗ ਜਾਓ ਤਾਂ ਉਸ ਨੂੰ ਜਦੋਂ ਬੰਦਾ ਜਾਣ ਲੱਗੇ ਫਿਰ ਤੁਸੀਂ ਉਸ ਨੂੰ ਗੁੱਡ ਬਾਏ ਨਹੀਂ, ਗੁੱਡ ਬਾਏ ਤਾਂ ਮੂੰਹੋਂ ਤੋਂ ਜ਼ਰੂਰ ਕਹਿ ਦੋਗੇ ਬਟ ਅੰਦਰੋਂ ਤੁਸੀਂ ਕਹੋਗੇ ਗੁੱਡ ਰਿਡਨਸ। ਨਾ ਗੁੱਡ ਰਿਡਨਸ ਦਾ ਮਤਲਬ ਹੁੰਦਾ ਹੈ ਕਿ ਚਲੋ ਵਧੀਆ ਛੁਟਕਾਰਾ ਮਿਲਿਆ, ਵਧੀਆ ਦਫਾ ਹੋ ਗਿਆ, ਜਿਵੇਂ ਆਪਾਂ ਪੰਜਾਬੀ 'ਚ ਠੇਠ ਪੰਜਾਬੀ 'ਚ ਕਹਿੰਦੇ ਹਾਂ। ਤਾਂ ਹੁਣ ਕਵੀ ਇਹ ਕਹਿ ਰਿਹਾ ਹੈ, ਕਹਿੰਦਾ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਗੁੱਡ ਬਾਏ ਉਦੋਂ ਕਹਿਣਾ ਜਦੋਂ ਮੇਰਾ ਮਤਲਬ ਹੈ ਕਿ ਗੁੱਡ ਰਿਡਨਸ। ਕਹਿੰਦਾ ਮਤਲਬ ਕੋਈ ਮੇਰਾ ਦੋਸਤ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਮੈਨੂੰ ਆਪਣੇ ਆਪ ਦੋਸਤ ਕਹਿੰਦਾ ਜਦੋਂ ਮੇਰੇ ਤੋਂ ਜਾਣ ਲੱਗੇ ਤਾਂ ਮੈਨੂੰ ਤਾਂ ਲੱਗਦਾ ਹੈ ਕਿ ਮੈਨੂੰ ਕਹਿਣਾ ਚਾਹੀਦਾ ਗੁੱਡ ਰਿਡਨਸ, ਪਰ ਮੈਨੂੰ ਅੱਜ ਦਾ ਕਲਚਰ ਕੀ ਸਿਖਾ ਰਿਹਾ ਹੈ ਕਿ ਮੈਂ ਕਹਾਂ ਗੁੱਡ ਬਾਏ। ਫਿਰ ਮੈਂ ਇਹ ਵੀ ਕਹਿਣਾ ਸਿੱਖ ਗਿਆ ਟੂ ਸੇ ਗਲੈਡ ਟੂ ਮੀਟ ਯੂ, ਕਿ ਮੈਨੂੰ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ। ਸਪੋਜ਼ ਕਰੋ ਸਾਨੂੰ ਕੋਈ ਨਵਾਂ ਸਾਡਾ ਫਰੈਂਡ ਮਿਲਦਾ ਹੈ ਜਾਂ ਕੋਈ ਨਵਾਂ ਪਰਸਨ ਮਿਲਦਾ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਗਲੈਡ ਟੂ ਮੀਟ ਯੂ, ਹਾਲਾਂਕਿ ਅਸੀਂ ਅੰਦਰੋਂ ਖੁਸ਼ ਨਹੀਂ ਹੁੰਦੇ ਵਿਦਾਊਟ ਬੀਇੰਗ ਗਲੈਡ। ਤਾਂ ਉਹ ਅੱਜ ਕੱਲ੍ਹ ਦੇ ਕੰਟੈਕਸਟ 'ਚ ਕਹਿ ਰਿਹਾ ਹੈ, ਕਵੀ ਇਹ ਕਹਿ ਰਿਹਾ ਹੈ ਕਿ ਮੈਨੂੰ ਕੋਈ ਪਰਸਨ ਮਿਲੇ, ਮੈਨੂੰ ਚੰਗਾ ਨਾ ਲੱਗੇ ਲੇਕਿਨ ਮੈਂ ਆਪਣੇ ਮੂੰਹੋਂ ਕਹੂੰਗਾ ਗਲੈਡ ਟੂ ਮੀਟ ਯੂ, ਕਿ ਮੈਨੂੰ ਬੜਾ ਵਧੀਆ ਲੱਗਿਆ ਤੇਰੇ ਨਾਲ। ਅਤੇ ਫਿਰ ਕੋਈ ਇੱਕ ਤਰ੍ਹਾਂ ਮੈਂ ਕਿਸੇ ਪਰਸਨ ਦੇ ਨਾਲ ਗੱਲਾਂ ਕਰ ਰਿਹਾ ਹੋਵਾਂ, ਹਾਲਾਂਕਿ ਮੈਂ ਉਹਦੇ ਕੋਲੇ ਬੋਰ ਹੋ ਰਿਹਾ ਹੋਵਾਂ, ਆਫਟਰ ਬੀਇੰਗ ਬੋਰਡ ਮੈਂ ਉਹਦੇ ਨਾਲ ਉਹ ਗੱਲਾਂ 'ਚ ਬੋਰ ਹੋ ਰਹੇ ਹਾਂ, ਲੇਕਿਨ ਫਿਰ ਵੀ ਮੈਂ ਉਹਨੂੰ ਕਹੂੰਗਾ ਇਟਸ ਬੀਨ ਨਾਈਸ ਟਾਕਿੰਗ ਟੂ ਯੂ, ਕਿ ਤੇਰੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੋਈ। ਕਹਿਣ ਦਾ ਮਤਲਬ ਇਹ ਹੋ ਗਿਆ ਬੱਚਿਓ ਕਿ ਅੱਜ ਦਾ ਜੋ ਕੰਟੈਕਸਟ ਹੈ, ਜੋ ਵੈਸਟਰਨ ਕਲਚਰ ਹੈ, ਉਹ ਸਾਨੂੰ ਆਰਟੀਫਿਸ਼ੀਅਲ ਬਣਨਾ ਸਿਖਾਉਂਦਾ ਹੈ। ਜਿੱਥੇ ਅਸੀਂ ਅੰਦਰੋਂ ਕਹੀਏ ਫਰੈਂਡ ਨਾਲ ਅਸੀਂ ਅੰਦਰੋਂ ਤਾਂ ਜੁੜੇ ਨਹੀਂ ਹੋਏ ਕਿਸੇ ਨਾਲ, ਪਰ ਅਸੀਂ ਮੂੰਹੋਂ ਬੜੇ ਵਧੀਆ ਵਧੀਆ ਗੱਲਾਂ ਕਰਦੇ ਹਾਂ, ਉਹਨੂੰ ਕਹਿੰਦੇ ਹਾਂ ਕਿ ਗਲੈਡ ਟੂ ਮੀਟ ਯੂ, ਇਟਸ ਬੀਨ ਨਾਈਸ ਟਾਕਿੰਗ ਟੂ ਯੂ, ਗੁੱਡ ਬਾਏ, ਹਾਲਾਂਕਿ ਅੰਦਰੋਂ ਸਾਰੇ ਸਾਡੇ ਨੈਗੇਟਿਵ ਵਰਡਸ ਨਿਕਲਦੇ ਆ। ਇੱਥੇ ਫਿਰ ਇਸ ਪੈਰੇ ਦੇ ਵਿੱਚ ਕਵੀ ਇਹ ਦੱਸ ਰਿਹਾ ਹੈ ਕਿ ਮੈਂ ਇਹ ਸਾਰਾ ਜਿਹੜਾ ਬਣਾਉਟੀਪਨ ਆਰਟੀਫਿਸ਼ੈਲਿਟੀ ਹੈ ਉਹ ਮੈਨੂੰ ਮਾਡਰਨ ਕਲਚਰ ਨੇ ਸਿਖਾਤੀ। ਨੈਕਸਟ ਸਟੈਂਜ਼ਾ, ਬਟ ਬਿਲੀਵ ਮੀ ਸਨ ਆਈ ਵਾਂਟ ਟੂ ਬੀ ਵਟ ਆਈ ਯੂਜ਼ ਟੂ ਬੀ ਵੈਨ ਆਈ ਵਾਜ਼ ਲਾਈਕ ਯੂ। ਹੁਣ ਇਸ ਸਟੈਂਜ਼ੇ ਦੇ ਵਿੱਚ ਕਵੀ ਆਪਣੇ ਬੇਟੇ ਨੂੰ ਕਹਿ ਰਿਹਾ ਹੈ, ਸਨ ਦੇਖੋ ਸੰਬੋਧਨ ਕਰ ਰਿਹਾ ਹੈ। ਮੈਂ ਤੁਹਾਨੂੰ ਇਸ ਪੋਇਮ ਦੇ ਸ਼ੁਰੂ 'ਚ ਦੱਸਿਆ ਸੀ ਕਿ ਇਹ ਪੋਇਮ ਇੱਕ ਡਰਾਮੈਟਿਕ ਮੋਨੋਲੋਗ ਹੈ। ਫਾਦਰ ਆਪਣੇ ਸਨ ਨਾਲ ਸਾਰੀਆਂ ਗੱਲਾਂ ਕਰ ਰਿਹਾ ਹੈ। ਸਾਨੂੰ ਇਹ ਤਾਂ ਪਤਾ ਲੱਗਦਾ ਹੈ ਕਿ ਕਿਸੇ ਨਾਲ ਗੱਲ ਹੋ ਰਹੀ ਹੈ, ਲੇਕਿਨ ਜਿਸ ਨਾਲ ਗੱਲ ਹੋ ਰਹੀ ਹੈ ਉਸ ਵੱਲੋਂ ਕੋਈ ਰਿਸਪੌਂਸ ਨਹੀਂ ਇਸ ਪੋਇਮ ਦੇ ਵਿੱਚ ਸ਼ੋਅ ਕੀਤਾ ਗਿਆ। ਹੁਣ ਉਹ ਕਹਿੰਦਾ ਕਿ ਮੇਰੇ 'ਤੇ ਵਿਸ਼ਵਾਸ ਕਰ ਪੁੱਤਰ, ਮੈਂ ਉਹ ਬਣਨਾ ਚਾਹੁੰਦਾ ਹਾਂ ਜੋ ਮੈਂ ਸੀ। ਤੇ ਮੈਂ ਕਿਵੇਂ ਸੀ? ਵੈਨ ਆਈ ਵਾਜ਼ ਲਾਈਕ ਯੂ, ਜਦੋਂ ਮੈਂ ਤੇਰੇ ਵਰਗਾ ਸੀ, ਮੈਂ ਉਹ ਬਣਨਾ ਚਾਹੁੰਦਾ ਹਾਂ। ਫਿਰ ਉਹ ਕਹਿੰਦਾ ਹੈ ਆਈ ਵਾਂਟ ਟੂ ਅਨਲਰਨ ਆਲ ਦੀਜ਼ ਮਿਊਟਿੰਗ ਥਿੰਗਸ। ਕਿੰਨੇ ਸੋਹਣੇ ਵਰਡਸ ਲਿਖੇ ਆ ਕਵੀ ਨੇ। ਕਹਿੰਦਾ ਮੈਂ ਇਹ ਜਿੰਨੀਆਂ ਨਵੀਆਂ ਗੱਲਾਂ ਸਿੱਖੀਆਂ ਨੇ, ਆਲ ਦੀਜ਼ ਸਾਰੀਆਂ ਗੱਲਾਂ, ਆਈ ਵਾਂਟ ਟੂ ਅਨਲਰਨ, ਦੇਖੋ ਲਰਨ ਹੁੰਦਾ ਹੈ ਸਿੱਖਣਾ, ਅਨਲਰਨ ਦਾ ਮਤਲਬ ਇੱਥੇ ਕਿ ਮੈਂ ਉਹਨਾਂ ਨੂੰ ਭੁੱਲਣਾ ਚਾਹੁੰਦਾ ਹੈ, ਉਹਨਾਂ ਨੂੰ ਮੈਂ ਨਹੀਂ ਹੁਣ ਆਪਣੇ ਜ਼ਿਹਨ 'ਚ ਰੱਖਣਾ ਚਾਹੁੰਦਾ, ਮੈਂ ਉਹ ਸਾਰੀਆਂ ਚੀਜ਼ਾਂ ਭੁੱਲਣੀਆਂ ਚਾਹੁੰਦਾ ਹੈ। ਕਿਹੜੀਆਂ ਚੀਜ਼ਾਂ? ਮਿਊਟਿੰਗ ਥਿੰਗ। ਤਾਂ ਬੱਚਿਓ ਇੱਥੇ ਮਿਊਟਿੰਗ ਥਿੰਗਸ ਨੂੰ ਸਮਝਣਾ ਜ਼ਰੂਰੀ ਹੈ ਕਿ ਵਾਟ ਇਜ਼ ਦਾ ਮੀਨਿੰਗ ਆਫ ਮਿਊਟਿੰਗ ਥਿੰਗਸ। ਤੁਹਾਨੂੰ ਪਤਾ ਬੱਚਿਓ ਜਿਵੇਂ ਇੱਕ ਟੀਵੀ ਦਾ ਰਿਮੋਟ ਹੁੰਦਾ ਉਸ 'ਤੇ ਮਿਊਟ ਲਿਖਿਆ ਹੁੰਦਾ, ਜਿਸ ਬਟਨ ਨੂੰ ਦੱਬ ਕੇ ਆਪਾਂ ਟੀਵੀ ਦੀ ਆਵਾਜ਼ ਨੂੰ ਬੰਦ ਕਰ ਦਿੰਦੇ ਹਾਂ। ਤਾਂ ਮਿਊਟਿੰਗ ਦਾ ਮਤਲਬ ਵੈਸੇ ਇੱਥੇ ਸਾਇਲੈਂਸ ਤੋਂ ਹੈ, ਲੇਕਿਨ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਮੇਰੀ ਇੱਕ ਆਪਣੀ ਆਈਡੈਂਟਿਟੀ ਸੀ, ਮੇਰੀ ਇੱਕ ਪਛਾਣ ਸੀ। ਉਹ ਕਿਹੜੀ ਪਛਾਣ ਸੀ? ਉਸ ਦੀ ਨਾਈਜੀਰੀਅਨ ਪਛਾਣ, ਕਿਉਂਕਿ ਉਹ ਉਸ ਦਾ ਕਲਚਰ ਸੀ ਉਹ, ਜਿਸ 'ਚ ਉਸ ਦੀ ਆਪਣੀ ਇੱਕ ਪਛਾਣ ਸੀ। ਲੇਕਿਨ ਹੁਣ ਉਸ ਕਲਚਰ 'ਤੇ ਹਾਵੀ ਕੌਣ ਹੋ ਗਿਆ? ਯੂਰੋਪੀਅਨ ਕਲਚਰ। ਤਾਂ ਉਹਦੀ ਜਿਹੜੀ ਆਪਣੀ ਆਈਡੈਂਟਿਟੀ ਸੀ ਉਹ ਖਤਮ ਹੋ ਗਈ। ਇੱਕ ਨਵੀਂ ਵੈਸਟਰਨ ਕਲਚਰ ਨੇ ਉਸ ਨੂੰ ਆਈਡੈਂਟਿਟੀ ਦੇਤੀ। ਤਾਂ ਉਸ ਆਈਡੈਂਟਿਟੀ ਨੂੰ ਉਹ ਭੁੱਲਣਾ ਚਾਹੁੰਦਾ ਹੈ ਅਤੇ ਉਹ ਕਿਸ ਵਰਗਾ ਹੋਣਾ ਚਾਹੁੰਦਾ? ਆਪਣੇ ਬੇਟੇ ਵਰਗਾ। ਕਿਉਂਕਿ ਇੱਥੇ ਵੀ ਇੱਕ ਇਹ ਗੱਲ ਦੇਖਣ ਵਾਲੀ ਹੈ ਬੱਚਿਓ ਕਿ ਉਹ ਆਪਣੇ ਬੇਟੇ ਵਰਗਾ ਕਿਉਂ ਹੋਣਾ ਚਾਹੁੰਦਾ ਹੈ? ਕਿਉਂਕਿ ਉਸਦੇ ਬੇਟੇ ਦੇ ਉੱਪਰ ਹਜੇ ਵੈਸਟਰਨ ਕਲਚਰ ਦਾ ਪ੍ਰਭਾਵ ਨਹੀਂ ਪਿਆ। ਉਹ ਹਜੇ ਵੀ ਆਪਣੇ ਇਨੋਸੈਂਸ ਦੇ ਵਿੱਚ ਹੈ, ਆਪਣੀ ਮਾਸੂਮੀਅਤ ਦੇ ਵਿੱਚ ਹੈ। Most of all, I want to relearn how to laugh, for my laugh in the mirror shows only my teeth like a snake's bare fangs. ਸਭ ਤੋਂ ਜ਼ਿਆਦਾ ਉਸ ਲਈ ਜ਼ਰੂਰੀ ਕੀ ਹੈ? ਮੋਸਟ ਆਫ ਆਲ ਕਹਿੰਦਾ ਮੈਂ ਆਈ ਵਾਂਟ ਟੂ ਰੀਲਰਨ, ਕਹਿੰਦਾ ਮੈਂ ਦੁਬਾਰਾ ਸਿੱਖਣਾ ਚਾਹੁੰਦਾ ਹੈ। ਆਈ ਵਾਂਟ ਟੂ ਰੀਲਰਨ, ਦੇਖੋ ਪਹਿਲਾਂ ਅਨਲਰਨ ਸੀਗਾ, ਹੁਣ ਰੀਲਰਨ ਹੈ। ਤੇ ਕਹਿੰਦਾ ਮੈਂ ਦੁਬਾਰਾ ਸਿੱਖਣਾ ਚਾਹੁੰਦਾ ਹੈ ਕਿ ਮੈਂ ਕਿਵੇਂ ਹੱਸ ਸਕਾਂ। ਹਾਊ ਟੂ ਲਾਫ, ਕਿਉਂਕਿ ਮੈਂ ਹੱਸਣਾ ਹੀ ਭੁੱਲ ਗਿਆ, ਸਿਰਫ ਆਪਣੇ ਦੰਦ ਹੀ ਖਾ ਰਹੇ ਹੈ, ਹੱਸਣਾ ਹੀ ਭੁੱਲ ਗਿਆ।
ਆਪਣੇ ਦਿਲ ਨਾਲ ਤਾਂ ਹੱਸਦਾ ਹੀ ਨਹੀਂ, ਕਿਉਂਕਿ ਮੈਨੂੰ ਨਵੇਂ ਕਲਚਰ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਆਰਟੀਫਿਸ਼ੀਅਲ ਕਿਵੇਂ ਬਣਨਾ ਹੈ। ਕਹਿੰਦੇ ਜਦੋਂ ਮੈਂ ਆਪਣਾ ਹਾਸਾ ਆਪਣੇ ਮਿਰਰ ਦੇ ਵਿੱਚ ਦੇਖਦਾ, ਆਪਣੇ ਸ਼ੀਸ਼ੇ ਦੇ ਵਿੱਚ ਦੇਖਦਾ, ਤਾਂ ਮੈਨੂੰ ਮੇਰੇ ਟੀਥ ਕਿੱਦਾਂ ਦੇ ਨਜ਼ਰ ਆਉਂਦੇ ਨੇ, ਜਿਵੇਂ ਇੱਕ ਸੱਪ ਦੇ ਨੁਕੀਲੇ ਦੰਦ ਹੁੰਦੇ ਨੇ। ਜਿਵੇਂ ਸੱਪ ਦੇ ਨੁਕੀਲੇ ਦੰਦ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਲਾਈਕ ਅ ਸਨੇਕਸ ਬੈਰ ਫੈਂਗਸ, ਸੱਪ ਦੇ ਦੰਦ ਹੁੰਦੇ ਆ, ਉਸ ਤਰ੍ਹਾਂ ਮੈਨੂੰ ਆਪਣੇ ਟੀਥ ਦਿਖਾਈ ਦਿੰਦੇ ਨੇ ਹੱਸਦੇ ਹੋਏ ਆ। ਤਾਂ ਕਹਿਣ ਦਾ ਮਤਲਬ ਉਸਨੂੰ ਆਪਣਾ ਇਹ ਸਾਰਾ ਕੁਛ ਆਰਟੀਫਿਸ਼ੀਅਲ ਨਜ਼ਰ ਆਉਂਦਾ ਹੈ, ਉਹ ਇਹ ਸਾਰੀਆਂ ਚੀਜ਼ਾਂ ਭੁੱਲਣਾ ਚਾਹੁੰਦਾ ਹੈ। ਇਸ ਪੈਰੇ ਦੇ ਵਿੱਚ ਬੱਚਿਓ ਜਿਹੜੀ 4th ਲਾਈਨ ਹੈ, ਆਲ ਥੀਸ ਮਿਊਟਿੰਗ ਥਿੰਗਸ, ਤਾਂ ਤੁਸੀਂ ਦੇਖੋਗੇ ਥੀਸ ਥਿੰਗਸ, ਤਾਂ ਇੱਥੇ ਐਲੀਟ੍ਰੇਸ਼ਨ ਬੱਚਿਓ ਕਵੀ ਨੇ ਯੂਜ਼ ਕੀਤੀ ਹੈ, ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਇੱਕ ਪੋਇਟੀਕਲ ਡਿਵਾਈਸ ਹੈ। ਇਸੇ ਤਰ੍ਹਾਂ ਇੱਕ ਸਿਮਿਲੀ ਵੀ ਬੇਟਾ ਲਾਸਟ ਲਾਈਨ 'ਚ ਯੂਜ਼ ਹੋਈ ਹੈ, ਜਿਵੇਂ ਕਿ ਸ਼ੋ ਓਨਲੀ ਮਾਈ ਟੀਥ ਲਾਈਕ ਆ ਸਨੇਕਸ ਬੈਰ ਫੈਂਗਸ, ਉਸ ਨੂੰ ਆਪਣੇ ਜਿਹੜੇ ਟੀਥ ਨੇ ਉਹ ਸੱਪ ਦੇ ਨੁਕੀਲੇ ਦੰਦਾਂ ਵਰਗੇ ਲੱਗਦੇ ਨੇ। ਤਾਂ ਇੱਥੇ ਉਸਨੇ ਲਾਈਕ ਲਾ ਕੇ ਦੋ ਚੀਜ਼ਾਂ ਦੀ ਤੁਲਨਾ ਕਰਤੀ, ਤਾਂ ਅਸੀਂ ਇੱਥੇ ਕਹਾਂਗੇ ਕਿ ਕਵੀ ਨੇ ਸਿਮਿਲੀ ਯੂਜ਼ ਕੀਤੀ ਹੈ। ਲਾਸਟ ਸਟੈਂਜ਼ਾ, ਸੋ ਸ਼ੋ ਮੀ ਸਨ ਹਾਊ ਟੂ ਲਾਫ, show me how I used to laugh and smile once upon a time when I was like you। ਹੁਣ ਉਹ ਬੱਚਿਓ ਇਸ ਲਾਸਟ ਸਟੈਂਜ਼ੇ ਦੇ ਵਿੱਚ ਉਹ ਆਪਣੇ ਬੇਟੇ ਤੋਂ ਗਾਈਡੈਂਸ ਲੈ ਰਿਹਾ। ਦੇਖੋ ਇੱਕ ਵੱਡਾ ਬੰਦਾ ਵੀ ਆਪਣੇ ਬੱਚੇ ਤੋਂ ਸਿੱਖ ਸਕਦਾ ਹੈ, ਤੇ ਉਹ ਆਪਣੇ ਬੱਚੇ ਤੋਂ ਕਹਿ ਰਿਹਾ ਹੈ ਕਿ ਤੂੰ ਮੈਨੂੰ ਰਸਤਾ ਦਿਖਾ, ਸ਼ੋ ਮੀ ਹਾਊ ਟੂ ਲਾਫ, ਕਿ ਮੈਂ ਕਿਵੇਂ ਹੱਸਾਂ, ਸ਼ੋ ਮੀ ਹਾਊ ਆਈ ਯੂਜ਼ ਟੂ ਲਾਫ, ਕਿ ਮੈਂ ਅਸਲੀ ਹਾਸਾ ਕਿਵੇਂ ਹੱਸਾਂ, ਉਹ ਵਾਲਾ ਹਾਸਾ ਆਈ ਯੂਜ਼ ਟੂ ਲਵ, ਜਿਹੜਾ ਕਿ ਮੈਂ ਕਿਸੇ ਟਾਈਮ ਹੱਸਦਾ ਹੁੰਦਾ ਸੀ, ਸੱਚਾ ਹਾਸਾ ਜਿਸ ਵਿੱਚ ਮੇਰਾ ਦਿਲ ਤੋਂ ਮੇਰਾ ਹਾਸਾ ਨਿਕਲਦਾ ਸੀ, ਸਿਰਫ ਦੰਦਾਂ ਨਾਲ ਹਾਸਾ ਨਹੀਂ ਸੀ ਨਿਕਲਦਾ। ਐਂਡ ਸਮਾਈਲ, ਅਤੇ ਉਹ ਚੀਜ਼ ਦਿਖਾ ਜਦੋਂ ਮੈਂ ਸਮਾਈਲ ਕਰਦਾ ਸੀ। ਮਤਲਬ ਉਹ ਸਮਾਈਲ ਇੱਕ ਪੋਰਟਰੇਟ ਸਮਾਈਲ ਨਹੀਂ ਸੀ ਹੁੰਦੀ, ਇੱਕ ਓਰੀਜਨਲ ਸਮਾਈਲ ਹੁੰਦੀ ਸੀ ਜੋ ਮੇਰੇ ਕਲਚਰ ਨੇ ਮੈਨੂੰ ਸਿਖਾਈ ਸੀ, ਇੱਕ ਓਰੀਜਨਲ ਹਾਸਾ ਹੁੰਦਾ ਸੀ ਜੋ ਮੇਰੇ ਨਾਈਜੀਰੀਅਨ ਕਲਚਰ ਨੇ ਮੈਨੂੰ ਸਿਖਾਈ ਸੀ। ਤੂੰ ਮੈਨੂੰ ਉਹ ਵਾਲਾ ਹਾਸਾ ਤੇ ਮੇਰੀ ਸਮਾਈਲ ਮੈਨੂੰ ਦੱਸ, ਮੈਂ ਆਪਣੀ ਕਿਵੇਂ ਵਾਪਸ ਲੈ ਸਕਦਾ, ਬਿਕੋਜ਼ ਤੂੰ ਉਹ ਆਪਣੇ ਬੱਚੇ ਨੂੰ ਕਿਉਂ ਕਹਿ ਰਿਹਾ, ਕਿਉਂਕਿ ਉਸਦੇ ਬੱਚੇ ਦੇ ਵਿੱਚ ਓਰੀਜਨਲ ਹਾਸਾ ਅਜੇ ਵੀ ਹੈ, ਕਿਉਂਕਿ ਹਜੇ ਉਹ ਛੋਟਾ ਹੈ, ਉਹ ਹਜੇ ਵੀ ਉਹੀ ਸਮਾਈਲ, ਉਸ ਦੀ ਜਿਹੜੀ ਬੱਚੇ ਦੀ ਸਮਾਈਲ ਹੈ, ਜਿਵੇਂ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਉਸ ਬੱਚੇ ਦੀ ਸਮਾਈਲ ਅਜੇ ਵੀ ਉਹ ਓਰੀਜਨਲ ਹੈ, ਉਹ ਕੋਈ ਪੋਰਟਰੇਟ ਸਮਾਈਲ ਨਹੀਂ ਹੈ। ਤਾਂ ਉਹ ਆਪਣੇ ਬੱਚੇ ਤੋਂ ਇਹ ਸਿੱਖਿਆ ਲੈ ਰਿਹਾ ਹੈ ਕਿ ਮੈਨੂੰ ਇਹ ਦੋਨੇ ਚੀਜ਼ਾਂ ਸਿਖਾ, ਵਨਸ ਅਪੋਨ ਅ ਟਾਈਮ ਵੈਨ ਆਈ ਵਾਜ਼ ਲਾਈਕ ਯੂ। ਤਾਂ ਐਂਡ ਦੇ ਵਿੱਚ ਉਹ ਕਹਿੰਦਾ ਹੈ ਕਿ ਜਦੋਂ ਮੈਂ ਵਨਸ ਅਪੋਨ ਅ ਟਾਈਮ, ਉਹੀ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰ ਰਿਹਾ ਹੈ ਕਿ ਜਦੋਂ ਮੈਂ ਤੇਰੇ ਵਰਗਾ ਸੀ, ਤਾਂ ਉਸ ਸਮੇਂ ਮੈਂ ਤੇਰੇ ਵਰਗਾ ਹਾਸਾ ਹੱਸਦਾ ਸੀ, ਤੇਰੇ ਵਰਗੀ ਮੇਰੀ ਸਮਾਈਲ ਸੀ, ਪਰ ਹੁਣ ਮੈਂ ਵੱਡਾ ਹੋ ਗਿਆ, ਮੇਰੇ ਦੇ ਉੱਪਰ ਯੂਰਪੀਅਨ ਕਲਚਰ ਹਾਵੀ ਹੋ ਗਿਆ, ਮੈਂ ਆਪਣਾ ਹਾਸਾ ਭੁੱਲ ਗਿਆ, ਮੈਂ ਆਪਣੀ ਸਮਾਈਲ ਭੁੱਲ ਗਿਆ, ਤਾਂ ਤੂੰ ਮੈਨੂੰ ਸਿਖਾ। ਤਾਂ ਬੱਚਿਓ ਇਸ ਲਾਸਟ ਸਟੈਂਜ਼ੇ ਦੇ ਵਿੱਚ ਵੀ ਕਵੀ ਨੇ ਐਲੀਟ੍ਰੇਸ਼ਨ ਦੀ ਯੂਜ਼ ਕੀਤੀ ਹੈ। ਤੁਸੀਂ ਇਸ ਦੀ ਪਹਿਲੀ ਲਾਈਨ ਦੇਖੋ, ਸੋ ਸ਼ੋ ਮੀ ਸਨ, ਸੋ ਸ਼ੋ ਸਨ ਹੈ ਨਾ, ਤਾਂ ਇੱਕੋ ਤਰ੍ਹਾਂ ਦੀ ਆਵਾਜ਼ ਹੈ। ਤਾਂ ਇਸ ਲਾਈਨ ਦੇ ਵਿੱਚ ਵੀ ਐਲੀਟ੍ਰੇਸ਼ਨ ਕਵੀ ਨੇ ਯੂਜ਼ ਕੀਤੀ ਹੈ। ਬੱਚਿਓ ਅਸੀਂ ਜਿਵੇਂ ਹੁਣ ਪੂਰੀ ਪੋਇਮ ਪੜ੍ਹ ਚੁੱਕੇ ਹਾਂ, ਤਾਂ ਇਹ ਪੋਇਮ ਪੜ੍ਹ ਕੇ ਸਾਨੂੰ ਇੱਕ ਚੀਜ਼ ਕਲੀਅਰ ਹੁੰਦੀ ਹੈ ਕਿ ਜਿਹੜਾ ਫਾਦਰ ਹੈ ਉਹ ਆਪਣੇ ਪੁਰਾਣੇ ਸਮੇਂ ਨੂੰ ਬਹੁਤ ਜ਼ਿਆਦਾ ਯਾਦ ਕਰ ਰਿਹਾ। ਤਾਂ ਇੱਕ ਇੰਗਲਿਸ਼ ਦੇ ਵਿੱਚ ਬੱਚਿਓ ਟਰਮ ਆਉਂਦੀ ਹੈ ਜਿਸ ਦਾ ਨਾਮ ਹੈ ਨੋਸਟੈਲਜਿਕ, ਇਹ ਤੁਸੀਂ ਜ਼ਰੂਰ ਸੁਣੀ ਹੋਏਗੀ। ਤਾਂ ਨੋਸਟੈਲਜਿਕ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਆਪਣਾ ਕੋਈ ਪੁਰਾਣਾ ਸਮਾਂ ਯਾਦ ਕਰਦੇ ਹਾਂ। ਤਾਂ ਇਸ ਪੋਇਮ ਦੀ ਪੂਰੀ ਟੋਨ ਨੋਸਟੈਲਜਿਕ ਹੈ, ਤਾਂ ਇਹ ਮਤਲਬ ਪੂਰੀ ਪੋਇਮ ਹੀ ਪੁਰਾਣੇ ਸਮੇਂ ਨੂੰ ਯਾਦ ਕਰਦੀ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪੋਇਮ ਹੈ ਇਹ ਨੋਸਟੈਲਜਿਕ ਟੋਨ ਦੇ ਵਿੱਚ ਲਿਖੀ ਗਈ ਹੈ। ਤਾਂ ਬੱਚਿਓ ਇਸ ਦੇ ਵਿੱਚ ਮਲਟੀਪਲ ਥੀਮਸ ਨੇ ਜੋ ਅਸੀਂ ਡਿਸਕਸ ਕਰ ਸਕਦੇ ਹਾਂ। ਜਿਵੇਂ ਇਹਦੇ ਵਿੱਚ ਥੀਮ ਆਫ ਹਿਪੋਕ੍ਰੀਸੀ ਹੈ, ਥੀਮ ਆਫ ਹਿਪੋਕ੍ਰੀਸੀ ਹੁੰਦੀ ਹੈ, ਹਿਪੋਕ੍ਰੀਸੀ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਬਣਾਵਟੀਪਨ ਸਾਡੇ 'ਚ ਆ ਜਾਂਦਾ ਹੈ, ਅਸੀਂ ਓਰੀਜਨਲ ਨਹੀਂ ਰਹਿੰਦੇ, ਬਾਰ-ਬਾਰ ਆਪਾਂ ਇਹ ਡਿਸਕਸ ਕੀਤਾ ਹੈ। ਤਾਂ ਥੀਮ ਆਫ ਕਲਚਰਲ ਸ਼ਿਫਟ ਹੈ, ਕਲਚਰ ਚੇਂਜ ਹੋ ਗਿਆ। ਇਹ ਸਾਰੀਆਂ ਚੀਜ਼ਾਂ ਬੱਚਿਓ ਇਹ ਸਾਡੇ ਇੰਡੀਅਨ ਕੰਟੈਕਸਟ 'ਤੇ ਵੀ ਲਾਗੂ ਹੁੰਦੀਆਂ ਨੇ। ਜਿਵੇਂ ਤੁਹਾਨੂੰ ਯਾਦ ਹੋਣਾ ਬੱਚਿਓ, ਅਸੀਂ ਇੱਕ ਆਪਣੀ ਕਲਾਸ ਦੇ ਵਿੱਚ +1 ਕਲਾਸ ਦੇ ਵਿੱਚ ਮਦਰਸ ਡੇ ਪੋਇਮ ਪੜ੍ਹੀ ਸੀ, ਜਿਸ ਦੇ ਵਿੱਚ ਵੈਸਟਰਨ ਕਲਚਰ ਅਤੇ ਇੰਡੀਅਨ ਕਲਚਰ ਨੂੰ ਸ਼ਿਵ ਕੇ ਕੁਮਾਰ ਜੀ ਨੇ ਕਿੰਨਾ ਵਧੀਆ ਦੱਸਿਆ ਸੀ, ਰਿਲੇਟ ਕਰਕੇ ਕਿ ਮਤਲਬ ਸਾਡਾ ਕਲਚਰ ਕੀ ਹੈ ਅਤੇ ਵੈਸਟਰਨ ਕਲਚਰ ਕੀ ਹੈ। ਬਿਲਕੁਲ ਉਸੇ ਤਰ੍ਹਾਂ ਦੀ ਪੋਇਮ ਇਹ ਹੈ, ਬਸ ਇਸ ਦੇ ਵਿੱਚ ਨਾਈਜੀਰੀਅਨ ਕਲਚਰ ਅਤੇ ਯੂਰੋਪੀਅਨ ਕਲਚਰ ਨੂੰ ਡਿਫਰੈਂਸ਼ੀਏਟ ਕੀਤਾ ਗਿਆ। ਤਾਂ ਸ਼ਿਫਟ ਆਫ ਕਲਚਰ ਵੀ ਇਹਦਾ ਇੱਕ ਥੀਮ ਹੈ। ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਸਾਰੀ ਪੋਇਮ ਜਿਹੜੀ ਤੁਹਾਨੂੰ ਹੈ ਇਹ ਬਹੁਤ ਹੀ ਵਧੀਆ ਲੱਗੀ ਹੋਏਗੀ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤਾਂ ਤੁਸੀਂ ਅੱਜ ਇਸ ਪੋਇਮ ਦੇ ਹੋਮਵਰਕ ਵਜੋਂ ਜੋ ਵੀ ਇਸ ਦੀ ਪੈਰਾਫਰੇਜ਼ ਹੈ, ਐਕਸਪਲੇਨੇਸ਼ਨ ਆਪਣੇ ਸ਼ਬਦਾਂ ਦੇ ਵਿੱਚ ਇਸ ਨੂੰ ਲਿਖਣਾ ਹੈ, ਗਲੋਸਰੀ ਲਿਖਣੀ ਹੈ, ਅਤੇ ਉਸ ਦੀਆਂ ਮੈਨੂੰ ਪਿਕਸ ਤੁਸੀਂ ਜ਼ਰੂਰ ਭੇਜ ਦੇਣੀਆਂ ਨੇ। ਧੰਨਵਾਦ।